ਧੰਨ ਵਾਹਿਗੁਰੂ ਸਾਹਿਬ ਜੀ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ। ਕੁੰਭੇ ਵਧਾ ਜਲ ਰਹਿ, ਜਲ ਬਿਨ ਕੁੰਭ ਨ ਹੋਇ। ਗਿਆਨ ਕਾ ਵਧਾ ਮਨ ਰਹਿ, ਗੁਰ ਬਿਨ ਗਿਆਨ ਨ ਹੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਆਕਾਸ ਗਗਨ ਪਾਤਾਲ ਗਗਨ ਹੈ, ਚਹੁੰ ਦਿਸ ਗਗਨ ਰਾਹੇਲੇ। ਆਨੰਦ ਮੂਲ ਸਦਾ ਪੁਰਖੋਤਮ, ਘਟ ਬਿਨਸੈ ਗਗਨ ਨ ਜਾਇਲੇ। ਮੋਹਿ ਬੈਰਾਗ ਭਇਓ, ਇਹ ਜਿਉ ਆਏ ਕਹਾਂ ਗਇਓ। ਰਹਾਉ ਪੰਜ ਤਤ ਮਿਲ ਕਾਇਆ ਕੀਨੀ, ਤਤ ਕਹਾਂ ਤੇ ਕੀਨ ਰੇ। ਕਰਮ ਵਧ ਤੁਮ ਜਿਉ ਕਹਿਤ ਹੈ, ਕਰਮੈ ਕਿਨ ਜਿਉ ਦੀਨ ਰੇ। ਹਰ ਮੈਂ ਤਨ ਹੈ, ਤਨ ਮਹਿ ਹਰ ਹੈ, ਸਰਬ ਨਿਰੰਤਰ ਸੋਇ ਰੇ। ਕਹਿ ਕਬੀਰ ਰਾਮ ਨਾਮ ਨਾ ਛੋਡੋ, ਸਹਿਜੇ ਹੋਏ ਸੋ ਹੋਏ ਰੇ। ਹਰ ਮੈਂ ਤਨ ਹੈ, ਤਨ ਮਹਿ ਹਰ ਹੈ, ਸਰਬ ਨਿਰੰਤਰ ਸੋਇ ਰੇ। ਕਹਿ ਕਬੀਰ ਰਾਮ ਨਾਮ ਨਾ ਛੋਡੋ, ਸਹਿਜੇ ਹੋਏ ਸੋ ਹੋਏ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋਂ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਪਾਕ ਚਰਨਾਂ ਵਿੱਚ ਸੁਭਾਇਮਾਨ ਸਤਸੰਗੀ ਜਨੋ, ਸਤਿਗੁਰਾਂ ਨੇ ਤਰਸ ਕੀਤਾ ਹੈ, ਕਿਰਪਾ ਕੀਤੀ। ਭਗਤਾਂ ਵੱਲੋਂ ਬਖਸ਼ਿਆ ਹੋਇਆ ਰੱਬੀ ਬਾਣੀ ਦਾ ਖਜ਼ਾਨਾ, ਜਿਸ ਨੂੰ ਵਰਤਣ ਦਾ ਇਹ ਸਾਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ। ਕਿਉਂਕਿ ਗੁਰਦੇਵ ਦੇ ਵਚਨ ਨੇ ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵਧੋ ਜਾਏ। ਸਿੱਖ ਦਾ ਫਰਜ਼ ਹੈ ਕਿ ਜਿਹੜਾ ਖਜ਼ਾਨਾ ਮਾਲਕ ਪ੍ਰਭੂ ਨੇ ਸਾਡੀ ਝੋਲੀ 'ਚ ਪਾਇਆ ਹੈ, ਉਸ ਨੂੰ ਖਾਣਾ ਹੈ, ਖਰਚਣਾ ਹੈ। ਇੱਕ ਦੂਜੇ ਨਾਲ ਰੱਬੀ ਵਚਨਾਂ ਦੀ ਸਾਂਝ ਕਰਨੀ ਹੈ। ਕਿਉਂਕਿ ਜਦੋਂ ਤੱਕ ਸਾਡੇ ਜੀਵਨ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ, ਉਹਨਾਂ ਚਿਰ ਅਸੀਂ ਆਪਣੇ ਆਪ ਨੂੰ ਸਮਝ ਨਹੀਂ ਸਕਦੇ। ਕਿਉਂਕਿ ਵਿਚਾਰਾਂ ਨੇ ਹੀ ਸਾਡੇ ਅੰਦਰ ਦੇ ਵਰਤ ਰਹੇ ਵਰਤਾਰੇ ਨੂੰ ਸਮਝਾਉਣਾ ਹੈ। ਗੁਰੂ ਗਿਆਨ ਨੇ ਹੀ ਸਾਡੀ ਸਟੇਜ, ਸਾਡੀ ਅਵਸਥਾ ਉਹ ਦੱਸਣੀ ਹੈ ਕਿ ਅਸੀਂ ਕਿੱਥੇ ਖਲੋਤੇ ਹੋਏ ਹਾਂ। ਉਂਝ ਆਪਾਂ ਵੇਖਾਂਗੇ ਹਰ ਇੱਕ ਮਨੁੱਖ ਆਪਣੇ ਆਪ ਨੂੰ ਮਹਾਨ ਕਹਿੰਦਾ ਹੈ, ਪਰ ਜਦੋਂ ਗੁਰੂ ਕੇ ਸ਼ਬਦ ਦੀ ਕਸਵੱਟੀ ਲਾ ਕੇ ਦੇਖੀਏ ਫਿਰ ਪਤਾ ਚੱਲਦਾ ਹੈ ਕਿ ਆਪਣੇ ਜੀਵਨ 'ਚ ਕਿੰਨੀ ਕੁ ਮਹਾਨਤਾ ਹੈ। ਅੱਜ ਦਾ ਪਿਆਰਾ ਸਬਕ
ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਔਰ ਸਰਵ ਵਿਆਪਕ ਪਰਮਾਤਮਾ ਦੀ ਸਾਰੀ ਸ੍ਰਿਸ਼ਟੀ ਦਾ ਕਰਤਾ, ਜਿਸ ਜੀਵ ਆਤਮਾ ਉਸ ਪਰਮਾਤਮਾ ਦਾ ਇਹ ਅੰਸ਼ ਹੈ, ਜਿਹੜੀ ਜੀਵ ਆਤਮਾ ਸਾਡੇ ਅੰਦਰ ਹੈ। ਜਦੋਂ ਸਾਡੇ ਜੀਵਨ ਵਿੱਚ ਬੈਰਾਗ ਦਾ ਜਨਮ ਹੋਏਗਾ, ਉਦੋਂ ਸਾਨੂੰ ਕਰਤੇ ਦੀਆਂ ਬਾਤਾਂ ਜਿਹੜੀਆਂ ਨੇ ਉਹ ਸਮਝ ਵਿੱਚ ਆਉਣਗੀਆਂ। ਕਿਉਂਕਿ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਆਓ ਕਰਤੇ ਦੀਆਂ ਬਾਤਾਂ, ਗੁਰੂ ਕਾ ਗਿਆਨ ਸਾਡੇ ਜੀਵਨ ਵਿੱਚ ਇਹ ਵਿਚਾਰ ਕਿਵੇਂ ਕਰ ਕਰੇ ਕਿ ਜਰਰੇ ਜਰਰੇ ਵਿੱਚ, ਹਰ ਥਾਂ 'ਤੇ, ਹਰ ਰੂਪ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਸਮਾਇਆ ਹੋਇਆ। ਔਰ ਇਹ ਸਾਰੀ ਜਿਹੜੀ ਖੇਡ ਹੈ ਸੰਸਾਰ ਦੀ, ਉਸਦੇ ਹੁਕਮ ਵਿੱਚ ਹੀ ਚੱਲ ਰਹੀ ਹੈ। ਸੋ ਪਿਆਰ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਝੁਕਾਓ ਸੀਸ। ਵਾਹ ਪਿਆਰ, ਵਾਹ ਸਤਿਕਾਰ ਵੈਰਾਗ ਵਿੱਚ ਭਿੱਜ ਕੇ ਗੁਰਮੰਤਰ ਦੀ ਸਾਂਝ ਕਰੋ। ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਸਤਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਵਿੱਚ ਬਾਰ-ਬਾਰ ਬੈਰਾਗ ਦਾ ਜ਼ਿਕਰ ਆਇਆ ਹੈ। ਰਾਗ ਦਾ ਅਰਥ ਹੁੰਦਾ ਹੈ ਮਾਇਆ, ਬੈਰਾਗ ਦਾ ਅਰਥ ਹੁੰਦਾ ਜਿੱਥੇ ਮਾਇਆ ਤੋਂ ਉਪਰਾਮਤਾ ਹੈ। ਅਸੀਂ ਸਾਰੇ ਇਸ ਮਾਇਆ ਦੇ ਰਾਗ ਵਿੱਚ ਫਸੇ ਹੋਏ ਹਾਂ। ਔਰ ਗੁਰਬਾਣੀ ਵਿੱਚ ਗੁਰਦੇਵ ਪਿਤਾ ਕਹਿੰਦੇ, ਬਿਨ ਬੈਰਾਗ ਨਾ ਛੂਟਸ ਮਾਇਆ। ਜਦੋਂ ਤੱਕ ਤੇਰੇ ਅੰਦਰ ਬੈਰਾਗ ਦਾ ਜਨਮ ਨਹੀਂ ਹੁੰਦਾ, ਉਹਨਾਂ ਚਿਰ ਇਸ ਮਾਇਆ ਤੋਂ, ਮਾਇਆ ਦੇ ਬੰਧਨਾਂ ਤੋਂ ਤੇਰਾ ਛੁਟਕਾਰਾ ਨਹੀਂ ਹੋ ਸਕਦਾ, ਮੁਕਤੀ ਨਹੀਂ ਹੋ ਸਕਦੀ। ਕਿਉਂਕਿ ਸਾਡੇ ਜੀਵਨ ਵਿੱਚ ਇਹ ਮਾਇਆ ਜਿਹੜੀ ਹੈ ਇਹ ਅਵਗੁਣ ਪੈਦਾ ਕਰਦੀ ਹੈ, ਅਤੇ ਅਵਗੁਣ ਹੀ ਸਾਡੇ ਜੀਵਨ ਦੇ ਵਿਕਾਸ ਦੇ ਵਿੱਚ ਵੱਡੀ ਰੁਕਾਵਟ ਨੇ। ਗੁਰੂ ਸਾਹਿਬ ਨੇ ਇੱਥੇ ਤੱਕ ਲਿਖਿਆ, ਕਹਿੰਦੇ ਨਾਨਕ ਔਗੁਣ ਜੇਤੜੇ ਤੇ ਤੇ ਗਲੀ ਜੰਜੀਰ। ਸਾਡੇ ਜੀਵਨ ਵਿੱਚ ਜਿਤਨੇ ਔਗੁਣ ਹਨ ਉਹ ਸਾਡੇ ਜੀਵਨ ਵਿੱਚ ਹੱਥਕੜੀਆਂ ਲੱਗੀਆਂ ਹੋਈਆਂ ਹਨ। ਔਗੁਣ ਜਿਹੜੇ ਨੇ ਸਾਡੀ ਸੁਰਤ ਨੂੰ, ਸਾਡੀ ਆਤਮਾ ਨੂੰ, ਸਾਡੀ ਬੁੱਧ ਨੂੰ, ਸਾਡੇ ਮਨ ਨੂੰ ਅੱਗੇ ਨਹੀਂ ਜਾਣ ਦਿੰਦੇ, ਆਪਣੇ ਵਿੱਚ ਬੰਨ੍ਹ ਕੇ ਰੱਖਦੇ ਹਨ। ਇਸ ਕਰਕੇ ਗੁਰਬਾਣੀ ਨੇ ਇੱਕੋ ਹੀ ਗੱਲ ਸਮਝਾਈ ਕਿ ਸਾਂਝ ਕੀਜੈ ਗੁਣਾ ਕੇਰੀ, ਛਾੜ ਅਵਗੁਣ ਚਲੀਏ। ਗੁਣਾਂ ਦੀ ਸਾਂਝ ਕਰ ਤੇ ਅਵਗੁਣਾਂ ਨੂੰ ਛੱਡੀ ਜਾ ਜੀਵਨ ਵਿੱਚ। ਪਰ ਅਸੀਂ ਦੇਖਦੇ ਹਾਂ ਕਿ ਮਨੁੱਖੀ ਸੁਭਾਅ ਹੈ, ਗੁਣਾਂ ਨੂੰ ਇਹ ਇਕੱਤਰ ਕਰਨਾ ਨਹੀਂ ਚਾਹੁੰਦਾ, ਅਤੇ ਔਗੁਣਾਂ ਦੀ ਸਾਂਝ ਜਿਹੜੀ ਹੈ ਉਹਨੂੰ ਬੜੀ ਮਿੱਠੀ ਲੱਗਦੀ ਹੈ। ਔਗੁਣ ਜੀਵਨ ਵਿੱਚ ਦੁਖਦਾਈ ਨੇ, ਪਰ ਜਦੋਂ ਇਹ ਗ੍ਰਹਿਣ ਕਰਦਾ ਬੜੇ ਮਿੱਠੇ ਲੱਗਦੇ ਆ। ਗੁਣ ਪ੍ਰਾਪਤ ਕਰਨੇ ਉਤਨੇ ਹੀ ਕਠਿਨ ਨੇ, ਪਰ ਜਿਵੇਂ ਜੇ ਗੁਣ ਹਾਸਲ ਕਰ ਲੈਂਦਾ ਉਤਨਾ ਹੀ ਇਹ ਜ਼ਿੰਦਗੀ ਦਾ ਸੁੱਖ ਮਾਣਦਾ ਹੈ। ਹਰ ਇੱਕ ਮਨੁੱਖ ਸੁਖੀ ਹੋਣਾ ਚਾਹੁੰਦਾ ਹੈ, ਹਰ ਇੱਕ ਮਨੁੱਖ ਆਨੰਦਿਤ ਹੋਣਾ ਚਾਹੁੰਦਾ ਹੈ, ਪਰ ਇਹ ਜੀਵਨ ਦਾ ਤੱਤ ਗੁਰੂਦੇਵ ਪਿਤਾ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਬਿਰਾਜਮਾਨ ਹੋ ਕੇ ਸਮਝਾਉਣਾ ਚਾਹੁੰਦੇ ਨੇ ਕਿ ਜੀਵਨ ਵਿੱਚ ਬੈਰਾਗ ਦਾ ਹੋਣਾ ਬੜਾ ਜ਼ਰੂਰੀ ਹੈ। ਗੁਰੂ ਸਾਹਿਬ ਨੇ ਤੇ ਇਹ ਵੀ ਦੱਸਿਆ, ਕਿਉਂਕਿ ਬੈਰਾਗੀਆਂ ਦੀ ਇਸ ਵੇਲੇ ਵੀ ਕੋਈ ਕਮੀ ਨਹੀਂ ਸੀ, ਅਤੇ ਅੱਜ ਵੀ ਬੇਅੰਤ ਬੈਰਾਗੀ ਤੁਹਾਨੂੰ ਮਿਲ ਜਾਣਗੇ। ਤੇ ਗੁਰੂ ਸਾਹਿਬ ਕਹਿੰਦੇ, ਅਸੰਖ ਬੈਰਾਗੀ ਕਰਹਿ ਬੈਰਾਗ। ਅਸੰਖਾ ਹੀ ਹਨ ਜਿਹੜੇ ਬੈਰਾਗੀ ਬੈਰਾਗ ਕਰਦੇ ਹਨ। ਸਾਨੂੰ ਲੱਗਦਾ ਵੀ ਇਹ ਬੈਰਾਗੀ ਹੈ, ਮਾਇਆ ਦੇ ਰਾਗ ਤੋਂ ਉੱਪਰ ਹੋ ਗਿਆ ਹੈ, ਮਾਇਆ ਵਿੱਚ ਗਲਤਾਨ ਨਹੀਂ ਹੈ, ਪਰ ਪਤਾ ਚੱਲਦਾ ਵੀ ਡੇਰਾ ਬਣਾਉਣ ਦਾ ਕਾਰਨ ਹੀ ਮਾਇਆ। ਇਹ ਮਾਇਆ ਵਿੱਚ ਫਸਿਆ ਹੋਇਆ ਮਨੁੱਖ ਹੈ। ਅਸੰਖ ਬੈਰਾਗੀ ਕਰਹਿ ਬੈਰਾਗ, ਮੈਂ ਕਹਿੰਦਾ ਸੋ ਬੈਰਾਗੀ ਜੇ ਖਸਮੈ ਭਾਵੈ। ਗੁਰਮਤਿ ਕਹਿੰਦੀ ਹੈ ਬੈਰਾਗੀ ਉਹ ਮਨੁੱਖ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੈ, ਰੱਬ ਨੂੰ ਚੰਗਾ ਲੱਗਦਾ ਹੈ। ਸੋ ਭਗਤ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਮਨ ਵਿੱਚ ਬੈਰਾਗ ਪੈਦਾ ਹੋ ਗਿਆ, ਮੋਹੇ ਬੈਰਾਗ ਭਇਓ। ਪਾਓ ਹੋਰਨਾਂ ਗੱਲਾਂ ਵੱਲੋਂ ਉਪਰਾਮਤਾ ਜੀਵਨ 'ਚ ਆ ਗਈ ਹੈ, ਉਹਨਾਂ ਗੱਲਾਂ ਵੱਲੋਂ ਮੈਂ ਉਪਰਾਮ ਹੋ ਗਿਆ ਹਾਂ। ਮੈਨੂੰ ਹੋਰ ਗੱਲਾਂ ਜਿਹੜੀਆਂ ਨੇ ਗੈਰ ਜ਼ਰੂਰੀ ਜਾਪਦੀਆਂ ਹਨ। ਆਓ ਕਿ ਹੋਰ ਗੱਲਾਂ ਵਿੱਚੋਂ ਮੇਰਾ ਮਨ ਹਟ ਗਿਆ। ਉਹ ਕੀ ਨੇ? ਨਿੰਦਾ ਚੁਗਲੀ ਹੈ, ਮੇਰ ਤੇਰ ਹੈ, ਹਉਮੈ ਹੰਕਾਰ ਦੀਆਂ ਗੱਲਾਂ ਨੇ।
ਹੋਰ ਬਹੁਤ ਸਾਰੀਆਂ ਗੱਲਾਂ ਸਾਡੇ ਜੀਵਨ ਵਿੱਚ ਚੱਲਦੀਆਂ ਹਨ। ਭਗਤ ਜੀ ਕਹਿੰਦੇ ਉਹਨਾਂ ਸਾਰੀ ਗੱਲਾਂ ਵੱਲੋਂ ਮੇਰਾ ਮਨ ਹਟ ਗਿਆ। ਅਸੀਂ ਸਵਾਦ ਲੈਂਦੇ ਹਾਂ ਇਹਦੀ ਨਿੰਦਾ ਕਰਕੇ, ਅਸੀਂ ਸਵਾਦ ਲੈਂਦੇ ਕੋਈ ਘਟਨਾ ਨੂੰ ਸੁਣ ਕੇ। ਤੁਸੀਂ ਦੇਖੋ ਜਿਤਨੀ ਬੈਡ ਨਿਊਜ਼ ਛਪਦੀ ਹੈ ਉਹ ਸਭ ਤੋਂ ਵੱਧ ਵੇਖੀ ਜਾਂਦੀ, ਗੁੱਡ ਨਿਊਜ਼ ਨੂੰ ਲੋਕ ਨਹੀਂ ਦੇਖਦੇ। ਜਿਹੜੀ ਬੈਡ ਨਿਊਜ਼ ਹੈ ਨਾ ਉਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ, ਗੁੱਡ ਨਿਊਜ਼ ਨੂੰ ਵੇਖਣ ਵਾਲਿਆਂ ਦੀ ਗਿਣਤੀ ਘੱਟ ਹੈ। ਕਿਉਂ? ਕਿਉਂਕਿ ਸਾਡਾ ਮਨ ਜਿਹੜਾ ਹੈ ਇਹਨਾਂ ਗੈਰ ਜ਼ਰੂਰੀ ਗੱਲਾਂ ਦੇ ਵਿੱਚੋਂ ਉਪਰਾਮ ਨਹੀਂ ਹੋ ਰਿਹਾ, ਜਿਹੜੀ ਗੱਲਾਂ ਦੀ ਸਾਨੂੰ ਲੋੜ ਨਹੀਂ ਹੈ। ਜਿਸ ਨਿੰਦਾ ਦੀ, ਜਿਸ ਬੁਰਿਆਈ ਦੀ, ਜਿਸ ਔਗੁਣ ਦੀ, ਜਿਸ ਖਾਮੀ ਦੀ ਕਿਸੇ ਦੀ ਸਾਨੂੰ ਲੋੜ ਨਹੀਂ ਵੀ ਕਿਸੇ ਦੇ ਅੰਦਰ ਕੀ ਕਮੀ ਹੈ, ਕੀ ਖਾਮੀ ਹੈ, ਤੇ ਸਾਨੂੰ ਉਸ ਦੇ ਨਾਲ ਕੀ ਵਾਸਤਾ ਹੈ। ਪਰ ਅਸੀਂ ਬੜਾ ਰਸ ਲੈਂਦੇ ਕਿਸੇ ਦੀ ਖਾਮੀ ਨੂੰ ਵੇਖ ਕੇ, ਕਿਸੇ ਦੀ ਕਮੀ ਨੂੰ ਵੇਖ ਕੇ, ਉਹਦਾ ਸਵਾਦ ਲੈਂਦੇ ਹਾਂ। ਦੇਖੋ ਫਲਾਣੇ ਦੇ ਘਰ 'ਚ ਕੀ ਹੋ ਰਿਹਾ। ਅਜੋਕੇ ਸਮਾਜ ਵਿੱਚ ਜਦੋਂ ਅਸੀਂ ਵਿਚਰਦੇ ਹਾਂ, ਲੋਕ ਦੇਖਦੇ ਨੇ ਫਲਾਣੇ ਦੀ ਨੂੰ ਇੱਦਾਂ, ਫਲਾਣੇ ਦੀ ਧੀ ਇੱਦਾਂ, ਫਲਾਣਾ ਪੁੱਤਰ ਐਸਾ, ਉਸਦੇ ਘਰ ਵਿੱਚ ਇਹੋ ਰਿਹਾ। ਇਹਨਾਂ ਗੱਲਾਂ ਵਿੱਚੋਂ ਬੰਦਾ ਸਵਾਦ ਲੈ ਰਿਹਾ, ਚਸਕੇ ਲੈ ਰਿਹਾ, ਰਸ ਲੈ ਰਿਹਾ। ਪਰ ਉਹਨਾਂ ਦੇ ਨਾਲ ਸਾਨੂੰ ਪ੍ਰਾਪਤੀ ਕੀ ਹੋਣੀ ਹੈ? ਦੇਖੋ ਜੀਵਨ 'ਚ ਕੋਈ ਪ੍ਰਾਪਤੀ ਹੋਣੀ ਇਹਨਾਂ ਗੱਲਾਂ 'ਚੋਂ? ਹਾਂ, ਸਾਡੇ ਜੀਵਨ ਵਿੱਚ ਜਿਹੜੀ ਹੈ ਉਹ ਐਸੀ ਵਿਚਾਰਧਾਰਾ ਜਿਹੜੀ ਨੈਗੇਟਿਵ ਹੈ, ਜਿਹੜੀ ਨਕਾਰਾਤਮਕ ਵਿਚਾਰ ਹੈ, ਉਸਦਾ ਜਨਮ ਹੋਏਗਾ। ਕਿਉਂਕਿ ਜਿੱਦਾਂ ਦੀ ਅਸੀਂ ਗੱਲਾਂ ਕਰਦੇ ਹਾਂ, ਜਿੱਦਾਂ ਦੇ ਲੋਕਾਂ ਬਾਰੇ ਗੱਲਾਂ ਕਰਦੇ ਹਾਂ, ਸਾਡੇ ਅੰਦਰ ਉਹ ਗੱਲਾਂ ਆਪ ਹੀ ਕਦੋਂ ਘਰ ਕਰ ਜਾਂਦੀਆਂ ਔਰ ਸਾਡੇ ਇਸ ਮਨ ਨੂੰ ਬਲ ਨੂੰ ਥੱਲੇ ਡੇਗ ਦੇਣੀਆਂ, ਸਾਨੂੰ ਪਤਾ ਨਹੀਂ ਚੱਲਦਾ। ਇਸ ਕਰਕੇ ਭਗਤ ਜੀ ਕਹਿੰਦੇ ਮੇਰੇ ਜੀਵਨ ਵਿੱਚ ਕਹਿੰਦੇ ਬੈਰਾਗ ਦਾ ਜਨਮ ਹੋ ਗਿਆ। ਮੋਹੇ ਬੈਰਾਗ ਭਇਓ। ਮੋਹੇ ਦਾ ਅਰਥ ਹੈ ਮੈਨੂੰ, ਬੈਰਾਗ ਦਾ ਅਰਥ ਹੈ ਕਿ ਹੋਰਨਾਂ ਗੱਲਾਂ ਵੱਲੋਂ ਉਪਰਾਮਤਾ ਹੋ ਗਈ ਹੈ। ਮੈਨੂੰ ਹੋਰ ਗੱਲਾਂ ਗੈਰ ਜ਼ਰੂਰੀ ਜਾਪਦੀਆਂ ਹਨ। ਹੋਰ ਗੱਲਾਂ ਵੱਲੋਂ ਹਟ ਕੇ ਮੈਨੂੰ ਇਹ ਸੋਚ ਫੁਰ ਰਹੀ ਹੈ ਕਿ ਉਹ ਸੋਚ ਹੈ ਕਿ ਇਹ ਜਿਹੜੀ ਜਿੰਦ ਮੈਨੂੰ ਮਿਲੀ ਹੈ, ਇਹ ਜਿੰਦ ਕਿੱਥੋਂ ਆਈ ਹੈ, ਕਿੱਥੇ ਰਹਿੰਦੀ ਹੈ। ਮੈਂ ਆਪਣੀ ਜਿੰਦ ਬਾਰੇ ਹੁਣ ਵਿਚਾਰ ਕਰਦਾ ਹਾਂ। ਪਹਿਲਾਂ ਲੋਕਾਂ ਦੀ ਗੱਲਾਂ ਕਰਦਾ ਸੀ, ਲੋਕਾਂ ਬਾਰੇ ਗੱਲਾਂ ਕਰਦਾ ਸੀ, ਪਰ ਉਹਨਾਂ ਸਾਰੀਆਂ ਗੱਲਾਂ ਵੱਲੋਂ ਮੈਨੂੰ ਸਮਝ ਆ ਗਈ ਉਹ ਗੈਰ ਵਾਜਬ ਹਨ। ਲੋਕਾਂ ਦੀਆਂ ਗੱਲਾਂ ਕਰਨੀਆਂ, ਕਿਸੇ ਦੀ ਬੁਰਿਆਈ ਕਰਨੀ, ਕਿਸੇ ਦੇ ਬਾਰੇ ਗੱਲਾਂ ਕਰਨੀਆਂ, ਵਾਦ ਵਿਵਾਦ ਕਰਨੇ, ਝਗੜੇ ਕਰਨੇ। ਕਹਿੰਦੇ ਹੁਣ ਮੈਂ ਆਪਣੇ ਅੰਦਰ ਕੀ ਵੇਖਦਾ ਹਾਂ। ਕਹਿੰਦੇ ਇਹ ਜਿਉ ਆਏ ਕਹਾਂ ਗਏ। ਆਖਣ ਲੱਗੇ ਕਹਿੰਦੇ ਮੇਰਾ ਇਹ ਨਿਸ਼ਚਾ ਹੁਣ ਇਸ ਗੱਲ ਉੱਤੇ ਟਿਕ ਗਿਆ ਕਿ ਇਹ ਜਿੰਦ ਕਦੇ ਮਰਦੀ ਨਹੀਂ। ਆਓ ਕਿ ਇਹ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਦੀ ਜੋ ਸਦਾ ਸਥਿਰ ਰਹਿਣ ਵਾਲਾ ਰੱਬ ਹੈ, ਉਸ ਚੇਤਨ ਸੱਤਾ ਦਾ ਅੰਸ਼ ਹੈ। ਇਸ ਕਰਕੇ ਇਹ ਆ ਕੇ ਕਿਤੇ ਜਾਂਦਾ ਨਹੀਂ ਹੈ। ਇਹ ਜਿਹੜੀ ਜਿੰਦ ਹੈ ਨਾ ਸਾਡੀ, ਇਹ ਕਿਤੇ ਆਉਂਦੀ ਨਹੀਂ ਹੈ, ਕਿਤੇ ਜਾਂਦੀ ਨਹੀਂ ਹੈ। ਇਸ ਨੂੰ ਮਹਾਰਾਜ ਨੇ ਬਾਣੀ 'ਚ ਲਿਖਿਆ, ਪਵਨ ਹੈ ਮੈਂ ਪਵਨ ਆਇਆ, ਜੋਤੀ ਮੈਂ ਜੋਤ ਰਲ ਜਾਇਆ। ਇਹ ਜੋਤ ਵਿੱਚੋਂ ਆਈ ਹੈ, ਰੱਬ ਦੀ ਅੰਸ਼ ਹੈ, ਅਤੇ ਰੱਬ ਦੀ ਅੰਸ਼ ਹੋਣ ਕਰਕੇ ਇਹ ਰੱਬ ਵਿੱਚ ਹੀ ਅਭੇਦ ਹੋ ਜਾਵੇਗੀ। ਜਿਹਨੂੰ ਮਹਾਰਾਜ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇੱਕ ਤਾਂ ਹੈ ਕਿ ਇਸ ਜੋਤ ਨੂੰ ਜਿਉਂਦੇ ਜੀ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਕਰ ਲਈਏ, ਉਸ ਚੇਤਨ ਸੱਤਾ ਦੇ ਨਾਲ ਜਿਹੜੀ ਸਾਡੀ ਆਤਮਾ, ਇਸ ਨੂੰ ਜੋੜ ਲਈਏ, ਗੱਲ ਸਮਝ ਲਈਏ। ਕਿਉਂਕਿ ਆਪਣੇ ਆਪੇ ਦੀ ਪਰਚੋਲ ਕਰਨੀ ਹੈ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਆਪੇ ਦੀ ਪਰਚੋਲ ਕਰਕੇ ਇਸ ਗੱਲ ਨੂੰ ਸਮਝ ਗਿਆ ਹਾਂ। ਇਹ ਨਿਸ਼ਚਾ ਹੋ ਗਿਆ ਕਿ ਇਹ ਜਿੰਦ ਕਿੱਥੋਂ ਆਈ ਅਤੇ ਕਿੱਥੇ ਗਈ। ਪਾਓ ਕਿ ਨਾ ਕਿਤੋਂ ਆਉਂਦੀ ਹੈ, ਨਾ ਕਿਤੇ ਜਾਂਦੀ ਹੈ। ਇਹ ਸਦਾ ਅਵਿਨਾਸ਼ੀ ਦੀ ਅੰਸ਼ ਹੈ, ਸਦੀਵ ਕਾਲੀ ਰਹਿਣ ਵਾਲੀ ਹੈ। ਇਹ ਕਦੀ ਵੀ ਮਰਦੀ ਨਹੀਂ ਹੈ। ਸਾਨੂੰ ਇਹ ਵਿਚਾਰ ਕਰਨੀ ਹੈ, ਇਹ ਵਿਚਾਰ ਕਰਨੀ ਹੈ ਕਿ ਸਾਡੀ ਯਾਤਰਾ ਕੀ ਹੈ, ਕਿੱਥੋਂ ਉਪਜੈ, ਕਹਾਂ ਰਹਿ, ਕਹਾਂ ਮਾਏ ਸਮਾਵੈ, ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੇ। ਕਿੱਥੋਂ ਉਪਜੇ ਹਾਂ, ਕਿੱਥੇ ਕਿੱਥੇ ਰਹਿ ਕੇ ਆਏ ਹਾਂ, ਕਿੱਥੇ ਜਾਣਾ, ਸਾਡੀ ਮੰਜ਼ਿਲ ਕੀ ਹੈ। ਦੂਜੇ ਕੀ ਕਰ ਰਹੇ ਹਨ। ਭਗਤ ਜੀ ਕਹਿੰਦੇ ਮੈਨੂੰ ਕੋਈ ਇਸ ਨਾਲ ਵਾਸਤਾ ਨਹੀਂ ਵੀ ਉਹ ਕਿਹੜੇ ਕਿਹੜੇ ਚੱਕਰਾਂ 'ਚ ਪਏ ਨੇ, ਕਿਹੜੀ ਕਿਹੜੀਆਂ ਗੈਰ ਵਾਜਬ ਗੱਲਾਂ ਵਿੱਚ ਗਲਤਾਨ ਨੇ। ਕਹਿੰਦੇ ਮੇਰਾ ਉਸ ਦੇ ਨਾਲ ਕੋਈ ਸੰਬੰਧ ਨਹੀਂ ਹੈ। ਕਿਉਂਕਿ ਮੈਂ ਹੁਣ ਆਪਣੇ ਵੱਲ ਵੇਖਦਾ ਹਾਂ। ਹੁਣ ਉਹਦੇ ਨਿਸ਼ਚਾ ਵੀ ਹੋ ਗਿਆ ਕਿ ਇਹ ਜਿੰਦ ਜਿਹੜੀ ਹੈ ਨਾ ਕਿਤੋਂ ਆਉਂਦੀ ਹੈ, ਨਾ ਕਿਤੇ ਜਾਂਦੀ। ਇਹ ਸਰਬ ਵਿਆਪਕ ਪਰਮਾਤਮਾ, ਉਸ ਚੇਤਨ ਸੱਤਾ ਦਾ ਅੰਸ਼ ਹੈ। ਪਹਿਲੇ ਬੰਦ ਵਿੱਚ ਭਗਤ ਜੀ ਕਹਿਣ ਲੱਗੇ, ਕਹਿੰਦੇ ਆਕਾਸ਼ ਗਗਨ ਹੈ, ਪਤਾਲ ਗਗਨ ਹੈ। ਆਕਾਸ਼ ਗਗਨ, ਪਤਾਲ ਗਗਨ ਹੈ, ਚਹੁੰ ਦਿਸ ਗਗਨ ਰਹਾਏ ਲੈ।
ਆਕਾਸ਼ ਦਾ ਅਰਥ ਹੈ ਕਿ ਇਹ ਜਿਹੜੀ ਜਿੰਦ ਹੈ ਨਾ, ਇਹ ਜਿਸ ਪਰਮਾਤਮਾ ਦਾ ਅੰਸ਼ ਹੈ, ਉਹ ਜਿਹੜਾ ਚੇਤਨ ਸੱਤਾ ਹੈ ਆਕਾਸ਼ ਤੋਂ ਲੈ ਕੇ ਪਤਾਲ ਤੱਕ ਹੋਰ ਸਾਰੇ ਪਾਸੇ ਮੌਜੂਦ ਹੈ। ਭਾਵ ਕਿ ਜਿਹੜੀ ਚੇਤਨ ਸੱਤਾ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਉਹ ਹਰ ਥਾਂ 'ਤੇ ਮੌਜੂਦ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਰੱਬ ਨਹੀਂ ਹੈ। ਇਹ ਕੋਈ ਥਾਂ ਹੋ ਸਕਦੀ ਹੈ ਜਿੱਥੇ ਮਨੁੱਖ ਨੇ ਆਪਣੇ ਮਨ ਨੂੰ ਸ਼ੈਤਾਨ ਬਣਾ ਲਿਆ ਹੈ। ਕਹਿੰਦੇ ਇੱਕ ਦੈਂਤ ਨੇ ਰੱਬ ਦਾ ਪਿੱਛਾ ਕੀਤਾ। ਰੱਬ ਨੇ ਇੱਕ ਗੱਲ ਪੁੱਛੀ ਕਿ ਇਹ ਸ਼ੈਤਾਨ ਮੇਰਾ ਪਿੱਛਾ ਨਹੀਂ ਛੱਡਦਾ, ਮੈਂ ਕਿੱਥੇ ਜਾਵਾਂ। ਜੇ ਰੱਬ ਦੇ ਭਗਤਾਂ ਨਾਲ ਕਹਿੰਦੇ ਰੱਬ ਦੀ ਗੱਲਬਾਤ ਹੋਈ ਨਾ, ਤੇ ਰੱਬ ਦੇ ਭਗਤਾਂ ਨੇ ਕਿਹਾ ਇੱਕ ਥਾਂ ਹੈ ਜਿੱਥੇ ਇਹ ਤੈਨੂੰ ਨਹੀਂ ਲੱਭ ਸਕਦਾ। ਕਹਿੰਦੇ ਉਹ ਕਿਹੜੀ ਥਾਂ ਹੈ? ਕਹਿੰਦੇ ਇਸ ਦੇ ਹਿਰਦੇ ਵਿੱਚ ਬੈਠ ਜਾਓ ਰੱਬ ਜੀ, ਇਹ ਉੱਥੇ ਨਹੀਂ ਲੱਭ ਸਕਦਾ, ਬਾਕੀ ਸਾਰੀਆਂ ਥਾਵਾਂ 'ਤੇ ਲੱਭ ਸਕਦਾ। ਔਰ ਦੇਖੋ ਤੁਸੀਂ, ਰੱਬ ਨੂੰ ਅਸੀਂ ਆਪਣੇ ਹਿਰਦੇ ਵਿੱਚ ਨਹੀਂ ਲੱਭਦੇ, ਬਾਕੀ ਸਾਰੀਆਂ ਥਾਵਾਂ 'ਤੇ ਮੰਦਰ, ਗੁਰਦੁਆਰੇ, ਮਸਜਿਦ, ਡੇਰੇ, ਜਿੱਥੇ ਮਰਜ਼ੀ ਸਾਨੂੰ ਕਹਿ ਦਈਏ ਉੱਥੇ ਰੱਬ ਮਿਲ ਜਾਂਦਾ, ਅਸੀਂ ਪਹੁੰਚ ਜਾਂਦੇ। ਪਰ ਆਪਣੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਲੱਭਦੇ ਵੀ ਉਹ ਤਾਂ ਸਾਡੇ ਅੰਦਰ ਮੌਜੂਦ ਹੈ, ਸਾਡੇ ਅੰਦਰ ਵਸ ਰਿਹਾ। ਕਹਿੰਦੇ ਕਿ ਆਕਾਸ਼ ਗਗਨ ਹੈ, ਪਤਾਲ ਗਗਨ ਹੈ, ਚੌਹੰਦ ਸੇ ਗਗਨ ਰਾਹਲੇ। ਭਗਤ ਜੀ ਕਹਿੰਦੇ ਨੇ, ਕਹਿੰਦੇ ਉਹ ਚੇਤਨ ਸੱਤਾ ਆਕਾਸ਼ ਤੋਂ ਲੈ ਕੇ ਪਤਾਲ ਤੱਕ ਹਰ ਪਾਸੇ ਮੌਜੂਦ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਅਕਾਲ ਪੁਰਖ ਵਾਹਿਗੁਰੂ ਨਹੀਂ ਹੈ। ਉਸ ਨੂੰ ਤੇ ਸਤਿਗੁਰ ਕਹਿੰਦੇ ਜਲ ਥਲ ਮਹੀਲ ਪੂਰਿਆ, ਸਵਾਮੀ ਸਿਰਜਨਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓਂਕਾਰ। ਉਹ ਅਨੇਕਾਂ ਢੰਗਾਂ ਦੇ ਨਾਲ ਇਸ ਕੁਦਰਤ ਵਿੱਚ ਪਸਰਿਆ ਹੋਇਆ ਹੈ, ਸਮਾਇਆ ਹੋਇਆ ਹੈ। ਫਿਰ ਅਗਲੇ ਬਚਨ ਕੀਤੇ ਭਗਤ ਕਬੀਰ ਸਾਹਿਬ ਜੀ ਨੇ, ਆਨੰਦ ਮੂਲ ਸਦਾ ਪੁਰਖੋਤਮ, ਘਟ ਬਿਨਸੈ ਗਗਨ ਨਾ ਜਾਏ ਲੇ। ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਹੈ, ਉਹੀ ਜੀਵਾਂ ਦੇ ਸੁੱਖ ਦਾ ਮੂਲ ਕਾਰਨ ਹੈ। ਆਨੰਦ ਮੂਲ, ਆਨੰਦ ਕਹਿੰਦੇ ਨੇ ਸੁੱਖ ਨੂੰ, ਮੂਲ ਦਾ ਅਰਥ ਹੈ ਸਭ ਦੀ ਜੜ, ਸਭ ਦਾ ਆਧਾਰ। ਜਿਵੇਂ ਮੂਲ ਤੋਂ ਬਿਨਾਂ ਰੁੱਖ ਦੀ ਕੋਈ ਹੋਂਦ ਨਹੀਂ, ਪਰਮਾਤਮਾ ਤੋਂ ਬਿਨਾਂ ਸੁੱਖਾਂ ਦੀ ਵੀ ਕੋਈ ਹੋਂਦ ਨਹੀਂ। ਇਹ ਜੀਵਨ 'ਚ ਗੱਲ ਪੱਕੀ ਕਰ ਲੈਣਾ। ਜਿੱਥੇ ਰੱਬ ਹੀ ਯਾਦ ਨਹੀਂ, ਅਕਾਲ ਪੁਰਖ ਵਾਹਿਗੁਰੂ ਦਾ ਅਨੁਭਵ ਨਹੀਂ, ਉੱਥੇ ਸੁੱਖ ਵੀ ਨਹੀਂ ਹਨ। ਹਾਂ, ਸਹੂਲਤਾਂ ਹੋ ਸਕਦੀਆਂ। ਅਸੀਂ ਲੋਕ ਸਹੂਲਤਾਂ ਵੱਲ ਦੇਖਦੇ ਹਾਂ, ਉਹਦੇ ਕੋਲ ਬੜਾ ਅਮੀਰ ਹੈ, ਕਾਰਾਂ ਨੇ, ਵੱਡੀ ਗੱਡੀ ਹੈ। ਔਰ ਸਾਨੂੰ ਕਈ ਵਾਰੀ ਇੰਝ ਲੱਗਦਾ, ਬਹੁਤ ਸਾਰੇ ਲੋਕਾਂ ਦੇ ਸਵਾਲ ਵੀ ਆਉਂਦੇ ਨੇ ਕਿ ਉਹ ਫਲਾਣੇ ਬੰਦੇ ਤਾਂ ਜੀ ਬੜੇ ਸੁਖੀ ਨੇ, ਨਾ ਕਦੀ ਪਾਠ ਕਰਦੇ, ਨਾ ਗੁਰਦੁਆਰੇ ਜਾਂਦੇ, ਉਹ ਤਾਂ ਬੜਾ ਆਨੰਦ ਲੈ ਰਹੇ ਹਨ। ਸਹੂਲਤ ਕਦੀ ਆਨੰਦ ਨਹੀਂ ਦਿੰਦੀ, ਸਹੂਲਤ ਕਦੀ ਸੁੱਖ ਨਹੀਂ ਦਿੰਦੀ। ਸਹੂਲਤ ਕੇਵਲ ਕੁਝ ਸਮਾਂ ਲਈ ਮਿਲਿਆ ਹੋਇਆ ਉਹ ਸਮਾਂ ਹੈ ਬੰਦੇ ਨੂੰ, ਜਿਹੜੀਆਂ ਸਹੂਲਤਾਂ ਦੇ ਨਾਲ ਉਹ ਆਪਣੇ ਆਪ ਨੂੰ ਅਮੀਰ ਸਮਝਣ ਲੱਗ ਪਿਆ, ਆਪਣੇ ਆਪ ਨੂੰ ਵੱਖਰਾ ਸਮਝਣ ਲੱਗ ਪਿਆ। ਪਰ ਯਾਦ ਰੱਖਿਓ, ਜੀਵਨ ਵਿੱਚ ਜਿਹੜੀ ਸਹੂਲਤ ਹੈ ਉਹ ਮਨੁੱਖ ਨੂੰ ਕਦੀ ਸੁੱਖ ਨਹੀਂ ਦੇਣੀ। ਸਹੂਲਤ ਦਾ ਕੰਮ ਹੀ ਸਹੂਲਤ ਦੇਣਾ ਹੈ। ਇੱਕ ਕਾਰ ਦਾ ਕੰਮ ਇਤਨਾ ਹੀ ਹੈ ਕਿ ਉਹ ਸਾਡੇ ਪੈਰਾਂ ਦਾ ਆਸਰਾ ਬਣਦੀ ਹੈ, ਸਾਡੇ ਪੈਰਾਂ ਵਾਸਤੇ ਤੁਰਨਾ ਸੌਖਾ ਹੋ ਜਾਂਦਾ। ਕਾਰ ਇਸ ਵਾਸਤੇ ਕਿ ਸਾਡਾ ਉੱਥੇ ਰਹਿਣਾ ਸੌਖਾ ਹੋ ਜਾਂਦਾ। ਸਾਡੇ ਕੋਲ ਪੈਸੇ ਨੇ, ਸਾਡਾ ਲੰਗਰ ਪ੍ਰਸਾਦ, ਭੋਜਨ, ਵਸਤਰ ਸੌਖੇ ਹੋ ਜਾਂਦੇ ਨੇ। ਪਰ ਕੋਈ ਇਹ ਗੱਲ ਸਮਝ ਲਵੇ ਵੀ ਇਹ ਸੁੱਖ ਨੇ, ਤਾਂ ਇਹਨਾਂ ਵਿੱਚੋਂ ਅੱਜ ਤੱਕ ਕਿਸੇ ਨੂੰ ਸੁੱਖ ਪ੍ਰਾਪਤ ਨਹੀਂ ਹੋਇਆ। ਗੁਰਬਾਣੀ ਨੇ ਇਹ ਸਪਸ਼ਟ ਕਰ ਦਿੱਤਾ। ਸਤਿਗੁਰ ਕਹਿੰਦੇ ਇਹਨਾਂ ਚੀਜ਼ਾਂ ਵਿੱਚੋਂ ਅੱਜ ਤੱਕ ਕੋਈ ਸੁੱਖ ਹੀ ਨਹੀਂ ਹੋਇਆ। ਜੇ ਬਹੁਤਾ ਧਨ ਸੁੱਖ ਹੁੰਦਾ, ਜੇ ਰਾਜ ਪਾਠ ਸੁੱਖ ਹੁੰਦਾ, ਜੇ ਸੰਸਾਰ ਦੀਆਂ ਵਸਤੂਆਂ ਸੁੱਖ ਹੁੰਦੀਆਂ, ਤਾਂ ਅਮੀਰ ਲੋਕ ਸਾਰੇ ਸੁਖੀ ਹੁੰਦੇ ਤੇ ਗਰੀਬ ਸਾਰੇ ਦੁਖੀ ਹੁੰਦੇ। ਕਿਉਂਕਿ ਉਹਨਾਂ ਕੋਲ ਤਾਂ ਸਹੂਲਤਾਂ ਬਹੁਤ ਨੇ, ਉਹਨਾਂ ਕੋਲ ਤਾਂ ਪਦਾਰਥ ਦੇ ਅੰਬਾਲ ਲੱਗੇ ਹੋਏ ਨੇ। ਸਹੂਲਤ ਜਿਹੜੀ ਹੈ ਉਹ, ਇੱਕ ਗੱਲ ਯਾਦ ਰੱਖਣਾ, ਜੀਵਨ 'ਚ ਸੁੱਖ ਨਹੀਂ ਦੇ ਸਕਦੀ। ਔਰ ਸਾਨੂੰ ਸੁੱਖ ਚਾਹੀਦਾ ਹੈ। ਔਰ ਹਰ ਇੱਕ ਮਨੁੱਖ ਦੀ ਮੰਗ ਸੁੱਖ ਦੀ ਹੈ। ਭਾਵੇਂ ਕੋਈ ਵੀ ਕੰਮ ਕਰਦਾ ਹੈ, ਤੁਸੀਂ ਕਿਤੇ ਸਮਾਜ ਵਿੱਚ ਚੈੱਕ ਕਰਕੇ ਵੇਖਣਾ, ਇੱਕ ਕੋਈ ਛੋਟੀ ਮੋਟੀ ਵੀ ਕਿਰਤ ਕਰ ਰਿਹਾ ਨਾ, ਕੋਈ ਰੇਹੜੀ ਲਗਾ ਕੇ ਬੈਠਾ, ਚਾਹ ਦੀ ਦੁਕਾਨ ਲਾਈ ਹੈ, ਕੋਈ ਠੇਲਾ ਲਾ ਕੇ ਬੈਠਾ ਹੋਇਆ, ਔਰ ਇੱਕ ਜੋ 100 ਫੈਕਟਰੀਆਂ ਦਾ ਮਾਲਕ ਹੈ, 100 ਏਕੜ ਜ਼ਮੀਨ ਦਾ ਮਾਲਕ ਹੈ, ਸਾਰਿਆਂ ਕੋਲ ਜਾ ਕੇ ਵੇਖਣਾ, ਹਰ ਇੱਕ ਮਨੁੱਖ ਦੀ ਮੰਗ ਸੁੱਖ ਹੈ। ਉਹ ਜਿਹੜਾ ਛੋਟੀ ਕਿਰਤ ਕਰ ਰਿਹਾ, ਉਹ ਵੀ ਉਸ ਦੇ ਵਿੱਚੋਂ ਸੁੱਖ ਦੀ ਪ੍ਰਾਪਤੀ ਕਰਨਾ ਚਾਹੁੰਦਾ। ਪਰ ਜਿਹੜਾ ਵੱਡੀ ਕਿਰਤ ਕਰ ਰਿਹਾ, ਉਹ ਵੀ ਉਸ ਦੇ ਵਿੱਚੋਂ ਸੁੱਖ ਦੀ ਪ੍ਰਾਪਤੀ ਕਰਨਾ ਚਾਹੁੰਦਾ। ਪਰ ਜਿਹੜਾ ਛੋਟੀ ਕਿਰਤ ਕਰ ਰਿਹਾ, ਉਹ ਵੀ ਉਸ ਦੇ ਵਿੱਚੋਂ ਸੁੱਖ ਦੀ ਪ੍ਰਾਪਤੀ ਕਰਨਾ ਚਾਹੁੰਦਾ। ਪਰ ਜਿਹੜਾ ਵੱਡੀ ਕਿਰਤ ਕਰ ਰਿਹਾ, ਉਹ ਵੀ ਉਸ ਦੇ ਵਿੱਚੋਂ ਸੁੱਖ ਦੀ ਪ੍ਰਾਪਤੀ ਕਰਨਾ ਚਾਹੁੰਦਾ। ਉਹ ਵੀ ਉਸ ਦੇ ਵਿੱਚੋਂ ਸੁੱਖ ਦੀ ਪ੍ਰਾਪਤੀ ਕਰਨਾ ਚਾਹੁੰਦਾ।
और जिसके कोल बहुत अंबार है पैसा का वो भी सुख लभदा बड़ा, उसके कोल भी सुख नहीं तो उसके कोल भी सुख नहीं। और गुरबाणी ने बिल्कुल प्रत्यक्ष तौर तो सानू अपने बचनों राਹੀਂ समझा दिता कि जिस ग्रह बहुत तिसै ग्रह चिंता, जिसके घर बहुत ज़्यादा माया ना वो भी चिंता तुर है। चोर चुरा के ना लै जान, ठग लग के लुट के ना लै जान, कोई मैनू मार ही ना दे खबरा भी इतना धन मेरे कोल है। जिस ग्रह बहुत तिसै ग्रह चिंता, जिस ग्रह थोड़ी सो फिरै भरमनता, जिहदे कोल घट है वो भटकदा फिरदा है। महाराज तुहाडे मुताबिक किदां दा जीवन होना चाहिए? महाराज कहते दो अवस्था ते जो नर मुक्ता सौ सुहेला भालिया। जिहड़ा इन्हां दोने अवस्था तो मुक्त है वही सुखी है संसार दे विच। सुख दी कसवटी धन नहीं है, सुख दी कसवटी है कि बहुता धन ਅਤੇ थोड़े धन का अंदर विचार चलना। जिहदे कोल बहुता धन है वह भी दुखी है, जिहदे कोल घट है मेरे कोल घट है वह भी दुखी है, क्योंकि मानसिक तौर तो दोनों इक्को पद्धर ते ने, अमीर ते गरीब। जिहड़ा अमीर है वो होर अमीर होने वास्ते अरदास कर रहा, जिहड़ा गरीब है वो अमीर होने वास्ते अरदास कर रहा है। पर जिहड़ा इन्हां दोवें अवस्था तो मुक्त है वो कहंदा सच्चे पातशाह मैनूं तेरे कोलों नाम की दात चाहिए है, जीवन जात चाहिए, मैं अपने जीवन को सौखा करना चाहुंदा, इन्हां बंधनां विचों मुक्त होना चाहुंदा। जिहड़े बंधन मैनूं अगे नहीं वधन दे रहे, मेरी सुरत नूं रब दे नेड़े नहीं होण दे रहे। इस करके गुरमत कह रही है, गुरु साहब जी कह रहे हैं, भगत कबीर साहब कह रहे हैं, कहते सुखां दा जिहड़ा मूल है वो अकाल पुरख वाहिगुरू है। इस करके महाराज ने आख्या, कहते जो सुख प्रभ गोबिंद की सेवा सो सुख राज ना लईए। जो गुरु की सेवा विच आनंद है वो राजपाट विच भी नहीं है, राजपाट विच भी नहीं है। इस करके भगत जी कहन लगे सब तो पहली गल आनंद मूल वो अकाल पुरख वाहिगुरू सुखां दा सोमा है, मूल है, सदा पुरखोत्तम। अकाल पुरख वाहिगुरू जिहड़ा ना सदा कायम रहन वाला ते वो सब तो उत्तम है। उसनूं उत्तम पुरख कहीदा है रब जी नूं, परमेश्वर जी नूं, भी उस तो उत्तम होर कोई नहीं संसार दे विच, उस तो महान कोई भी नहीं संसार दे विच। हमेशा ही वो सब तो उत्तम रहेगा। उसनों ही महाराज ने कहा कोऊ हर समान नहीं राजा, ये भूपत सब दिवस चार के झूठे करत दिवाजा। हरि वर्गा तो संसार कोई राजा नहीं। ये जिहड़े राजे ने चार दिहाड़ा दे राजे ने, उस तो बाद इन्हां दी कोई वजूद सानू दिखाई नहीं दिंदा। उन्हां दे घोड़े कित्थे गए, उन्हां दे महल कित्थे गए। बड़े बड़े राजे जिहड़े जिन्हां दे अज जिहड़े बड़े बड़े महल सन, उन्हां नूं अज कोई पुछण वाला नहीं, कोई साल लैण वाला नहीं। इस करके गुरदेव पिता कहन लगे घट विंसै गगन ना जाए ले। आखन लगे जीवां दा शरीर नाश हो जाता है, ये शरीर मिट्टी हो जाता है, पर शरीर विच वसदी जिंदा सोमा जिहड़ा चेतन सत्ता अकाल पुरख वाहिगुरू वो कदी नाश नहीं हुंदी। आओ कि साडे मरण दे नाल रब नहीं मरदा, साडे मरण दे नाल आत्मा नहीं मरदी। साडे शरीर की मौत आत्मा की मौत नहीं है। शरीर के नाश होने नाल चेतन सत्ता का जिहड़ा इस आत्मा का जिहड़ा मूल चेतन सत्ता अकाल पुरख वाहिगुरू है, भगत कबीर साहब कहते वो कभी नाश नहीं हुंदी, वो हमेशा अविनाशी है, वो कभी उसका नाश नहीं होएगा। ये शरीर बिनसनहार है, पर जिस दे नाल ये शरीर बनिया है, जिसने शरीर की होंद कायम की है, वो अविनाशी पुरख हमेशा अविनाशी है, उसका कभी नाश नहीं होना। फिर भगत जी सानू गल समझाण लगे, कहते जीवन के अंदर कहते पंज तत्त मिल काया कीनी तत्त कहाँ ते कीन रहे। ये जिहड़ा शरीर बनया ना, कहते पंज तत्तां नाल बनया, हवा पानी अग धरती ते आकाश। ये पंज तत्तां दा पुतला है। उस अकाल पुरख वाहिगुरू ने हर आपे पंच तत्त विस्तारा विच धातु पंच आप पावै। ये पंज तत्तां दा विस्तार कीता सृष्टि दा। और ये पंज तत्त एक मर्यादा विच ने। भगत जी कहते हैं पर एक ज्ञान प्राप्त करियो कि पंज तत्तां ने मिल के ये शरीर बनाया है, पर इन्हां तत्तां दी भी कोई वखरी हस्ती नहीं भी अपने वल्लों शरीर बना सकन। ये पंज तत्व इस चेतन सत्ता के हत्थ विच हन, अकाल पुरख वाहिगुरू के हत्थ विच हन, इन्हां दी कोई हस्ती नहीं है।
ਤੇ ਜੇ ਇਹਨਾਂ ਪੰਜ ਤੱਤਾਂ ਦੀ ਕੋਈ ਹਸਤੀ ਹੁੰਦੀ ਤੇ ਗੁਰੂ ਸਾਹਿਬ ਕਹਿੰਦੇ ਨੇ ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਤੂੰ ਮਾਤਾ ਦੇ ਗਰਭ 'ਚ ਖਿਰਦਾ ਰਿਹਾ, ਤੇਰਾ ਸਰੀਰ ਨਹੀਂ ਬਣਿਆ। ਤੇ ਜੇ ਇਹਨਾਂ ਦੀ ਸ਼ਕਤੀ ਹੁੰਦੀ ਤੇ ਤੇਰਾ ਸਰੀਰ ਬਣ ਜਾਣਾ ਸੀ। ਪਰ ਇਸ ਦੇ ਪਿੱਛੇ ਜਿਹੜੀ ਉਹ ਪਾਵਰ ਬੈਠੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ। ਪੰਜ ਤੱਤ ਮਿਲ ਕਾਇਆ ਕੀਨੀ, ਤੱਤ ਕਹਾਂ ਤੇ ਕੀਂਦੇ। ਆਖਣ ਲੱਗੇ ਇਹ ਤੱਤ ਵੀ ਹੋਰ ਕਿੱਥੋਂ ਬਣਨੇ ਸਨ? ਆਓ ਕਿ ਇਹ ਤੱਤ ਵੀ ਤਾਂ ਚੇਤਨ ਸੱਤਾ ਤੋਂ ਹੀ ਬਣੇ ਨੇ ਨਾ। ਉਸ ਅਕਾਲ ਪੁਰਖ ਵਾਹਿਗੁਰੂ ਨੇ ਤਾਂ ਇਸ ਸ੍ਰਿਸ਼ਟੀ ਨੂੰ ਬਣਾਇਆ ਹੈ। ਉਸਨੇ ਤਾਂ ਖੇਡ ਰਚਾਈ ਹੈ। ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰਿਭੁਵਨ ਸਾਜਿਆ, ਘਟ ਘਟ ਜੋਤ ਸਮੋਏ। ਹਰ ਇੱਕ ਘਟ ਵਿੱਚ ਜੋਤ ਪਾ ਦਿੱਤੀ ਪਰਮਾਤਮਾ ਨੇ। ਪੰਜ ਤੱਤਾਂ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਬਣੀ ਹੈ। ਪਰ ਪੰਜ ਤੱਤ ਬਣਾਉਣ ਵਾਲਾ ਵੀ ਉਹ ਅਕਾਲ ਪੁਰਖ ਹੈ। ਉਹਦੇ ਹੁਕਮ ਵਿੱਚ ਹੀ ਇਹ ਪੰਜ ਤੱਤ ਜਿਹੜੇ ਨੇ ਉਹ ਪ੍ਰਗਟ ਹੋ ਜਾਂਦੇ ਨੇ। ਕੀਤਾ ਪਸਾਓ ਏਕੋ ਕਬਾਓ, ਤਿਸਤੇ ਹੋਏ ਲਖ ਦਰਿਆਓ। ਉਹਦੇ ਹੁਕਮ ਵਿੱਚ ਸਾਰਾ ਕਬਾਓ ਕਹਿੰਦੇ ਨੇ ਹੁਕਮ ਨੂੰ। ਮਾਲਕ ਦੇ ਹੁਕਮ ਵਿੱਚ ਇਹ ਸ੍ਰਿਸ਼ਟੀ ਬਣ ਰਹੀ ਹੈ, ਸਾਰਾ ਸੰਸਾਰ ਬਣ ਰਿਹਾ। ਇਸ ਕਰਕੇ ਭਗਤ ਜੀ ਅੱਗੇ ਸਾਨੂੰ ਸਮਝਾਉਣ ਲੱਗੇ, ਕਹਿੰਦੇ ਨੇ ਕਰਮ ਬਦ ਤੁਮ ਜੀਓ ਕਹਿਤ ਹੋ, ਕਰ ਮੈਂ ਕਿਨ ਜੀਓ ਦੀਨ ਰੇ। ਹੇ ਭਾਈ ਤੁਸੀਂ ਆਖਦੇ ਹੋ ਕਿ ਇਹ ਜੀਵ ਆਤਮਾ ਕੀਤੇ ਕਰਮਾਂ ਦਾ ਬੱਝਾ ਹੋਇਆ, ਵੀ ਕਰਮਾਂ ਨੇ ਸਾਨੂੰ ਆਪਣੇ ਬੰਧਨਾਂ 'ਚ ਪਾ ਲਿਆ। ਅਸੀਂ ਕਰਮਾਂ ਕਰਕੇ ਰੱਬ ਜੀ ਨਾਲੋਂ ਦੂਰ ਹੋ ਗਏ। ਪਰ ਇਹ ਤਾਂ ਵਿਚਾਰ ਕਰੀ ਕਰੋ। ਪਰ ਅਸਲ ਗੱਲ ਤਾਂ ਇਹ ਹੈ, ਕਰਮਾਂ ਨੂੰ ਵੀ ਪਹਿਲਾਂ ਚੇਤਨ ਸੱਤਾ ਤੋਂ ਬਿਨਾਂ ਹੋਰ ਕਿਸੇ ਨੇ ਪੈਦਾ ਕੀਤਾ। ਜਿਹੜੇ ਕਰਮ ਨੇ ਇਹਨਾਂ ਕਰਮਾਂ ਨੂੰ ਵੀ ਤਾਂ ਚੇਤਨ ਸੱਤਾ ਨੇ ਪੈਦਾ ਕੀਤਾ ਹੈ ਨਾ। ਤੁਸੀਂ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਤੇ ਉੱਥੇ 21ਵੀਂ ਅਸ਼ਟਪਦੀ ਵਿੱਚ ਗੁਰਦੇਵ ਪਿਤਾ ਸਾਨੂੰ ਸਮਝਾਉਂਦੇ ਨੇ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਪੜ੍ਹ ਕੇ ਵੇਖਣਾ, ਜਬ ਆਕਾਰ ਕਛ ਨਾ ਦ੍ਰਿਸ਼ਟੇ ਤਾ ਪਾਪ ਪੁੰਨ ਤਬ ਕਹਤੇ ਹੋਤਾ। ਇਹ ਅਸ਼ਟਪਦੀ ਸਮਝਣ ਵਾਲੀ ਹੈ ਬੜੀ। ਜੇ ਇਹ ਤੱਤ ਹੀ ਨਹੀਂ ਸਨ, ਇਹ ਕਰਮ ਹੀ ਨਹੀਂ ਸਨ, ਪਾਪ ਪੁੰਨ ਕਿੱਥੋਂ ਹੋਣਾ ਸੀ? ਜਦ ਆਕਾਰ ਹੀ ਨਹੀਂ ਬਣਾਇਆ ਅਕਾਲ ਪੁਰਖ ਨੇ, ਉਸ ਵੇਲੇ ਕੋਈ ਪਾਪ ਕਰਦਾ? ਆਕਾਰ ਹੀ ਨਹੀਂ ਹੈ, ਕੋਈ शरीर ही नहीं कोई। जब आकार कछना दृष्टेता पाप पुन तब कहते होता, जब तारे आपन सुन समाल। ਜਦੋਂ ਉਹ ਸੁਨ ਸਮਾਧੀ ਵਿੱਚ ਬੈਠਾ ਸੀ ਤਾਂ ਉਸ ਵੇਲੇ ਕੋਈ ਇੱਕ ਦੂਜੇ ਦਾ ਵਿਰੋਧ ਕਰਨ ਵਾਲਾ ਵੀ ਨਹੀਂ ਸੀ। ਔਰ ਸਾਰੀ ਹੀ ਅਸ਼ਟਪਦੀ ਵਿੱਚ ਕਮਾਲ ਦੀ ਗੱਲ, ਗੁਰਦੇਵ ਪਿਤਾ ਨੇ ਜੋ ਕੁਝ ਮਨੁੱਖਤਾ ਕਰ ਰਹੀ ਹੈ, ਸੰਸਾਰ ਦੇ ਜੀਵ ਜੋ ਕੁਝ ਕਰ ਰਹੇ ਹਨ, ਉਸ ਨੂੰ ਦਰਸਾਉਣ ਦਾ ਯਤਨ ਕੀਤਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਕਰਕੇ ਇਹ ਹੋਂਦ ਸੰਸਾਰ ਦੀ ਬਣੀ। ਔਰ ਇਸ ਕਰਕੇ ਸਾਰੀਆਂ ਚੀਜ਼ਾਂ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਵਿੱਚ ਇਹ ਪ੍ਰਵਾਹ ਚਲਾ ਦਿੱਤਾ। ਔਰ ਮੈਂ ਇਸ ਗੱਲ ਨੂੰ ਇੰਝ ਸਮਝਣਾ, ਜਿਵੇਂ ਇੱਕ ਸਿਆਣੀ ਮਾਂ ਹੁੰਦੀ ਹੈ, ਜੇ ਘਰ ਦਾ ਕੰਮ ਕਰਨਾ ਹੋਵੇ ਨਾ ਤੇ ਬੱਚੇ ਨੂੰ ਖਿਡੌਣੇ ਦੇ ਦਿੰਦੀ ਹੈ ਵੀ ਇਸ ਦੇ ਵਿੱਚ ਖੇਡਣਾ ਸ਼ੁਰੂ ਕਰ ਦੇ। ਉਹ ਖਿਡੌਣੇ ਦਿੰਦੀ ਹੈ, ਬੱਚਾ ਖੇਡਣਾ ਸ਼ੁਰੂ ਹੋ ਜਾਂਦਾ ਹੈ, ਮਾਂ ਆਪਣੇ ਘਰ ਦੇ ਕੰਮ ਕਰ ਲੈਂਦੀ। ਪਰ ਸਾਡੇ ਨਾਲ ਕੀ ਹੁੰਦਾ ਹੈ, ਜਿਵੇਂ ਇੱਕ ਬੱਚੇ ਨੂੰ ਖਿਡੌਣੇ ਮਿਲ ਗਏ, ਉਹ ਇਤਨਾ ਮਸਤ ਹੋ ਗਿਆ ਕਿ ਆਪਣੀ ਮਾਂ ਦਾ ਦੁੱਧ ਹੀ ਭੁੱਲ ਗਿਆ। ਇਤਨਾ ਮਸਤ ਹੋ ਗਿਆ ਕਿ ਉਸਨੂੰ ਜੋ ਮਾਈ ਭੁੱਲ ਗਈ। ਇਹੀ ਸਾਡੇ ਨਾਲ ਹੋਇਆ। ਸਾਨੂੰ ਇਹ ਵਸਤੂਆਂ ਖਿਡੌਣੇ ਰੂਪ ਵਿੱਚ ਦਿੱਤੀਆਂ ਸਨ। ਕਾਰ, ਕੋਠੀ, ਘਰ ਪਰਿਵਾਰ, ਇਹ ਖਿਡੌਣੇ ਨੇ। ਜਿਵੇਂ ਛੋਟਾ ਬੱਚਾ ਛੋਟੀ ਗੁੱਡੀ ਨਾਲ ਖੇਡਦਾ ਹੈ, ਇਹ ਸਭ ਖਿਡੌਣੇ ਹੀ ਤਾਂ ਨੇ। ਪਰ ਖਿਡੌਣਿਆਂ ਵਿੱਚ ਇਤਨਾ ਜ਼ਿਆਦਾ ਰੁੱਝ ਜਾਣਾ ਕਿ ਮਾਈ ਭੁੱਲ ਗਈ, ਮਾਂ ਦਾ ਦੁੱਧ ਹੀ ਭੁੱਲ ਗਿਆ। ਤੇ ਇਹ ਮੈਂ ਬੇਨਤੀ ਕਰਾਂਗਾ ਫਿਰ ਉਸ ਦੇ ਵਾਸਤੇ, ਬੱਚੇ ਵਾਸਤੇ ਇਹ ਜੋ ਕੁਝ ਕਰ ਰਿਹਾ, ਇਹ ਤਾਂ ਬਹੁਤ ਵੱਡੀ ਗੁਸਤਾਖੀ ਕੀਤੀ ਉਸਨੇ। ਵੀ ਮਾਂ ਹੀ ਭੁਲਾ ਦਿੱਤੀ ਜਿਸਨੇ ਜਨਮ ਦਿੱਤਾ ਸੀ, ਜਿਹਨੇ ਇਹ ਸਾਰਾ ਪ੍ਰਬੰਧ ਕੀਤਾ ਸੀ, ਜਿਸਨੇ ਉਸਨੂੰ ਜੀਵਨ ਜਾਚ ਦੇਣੀ ਸੀ। ਖਿਡੌਣੇ ਦਿੱਤੇ ਮਾਂ ਨੇ, ਰੱਬ ਨੇ ਵਸਤੂਆਂ ਦਿੱਤੀਆਂ ਸਾਨੂੰ। ਪਰ ਉਸਦਾ ਅਰਥ ਨਹੀਂ ਕਿ ਅਸੀਂ ਵਸਤੂਆਂ ਵਿੱਚ ਇਤਨੇ ਮਗਨ ਹੋ ਜਾਈਏ ਕਿ ਦੇਣ ਵਾਲੇ ਦਾਤੇ ਨੂੰ ਹੀ ਭੁੱਲ ਜਾਈਏ। ਹੁੰਦਾ ਇਹੀ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਹੀਂ ਮਰਨ ਵਿਚਾਰਾ। ਦਾਤਾਂ ਬੜੀ ਪਿਆਰੀਆਂ ਲੱਗਦੀਆਂ, ਪਰ ਜਿਸਨੇ ਦਿੱਤੀਆਂ ਉਹ ਭੁੱਲ ਹੀ ਜਾਂਦਾ ਸਾਨੂੰ। ਔਰ ਦਿੱਤੀਆਂ ਵੀ ਇਸ ਕਰਕੇ ਕਿ ਉਹ ਆਪਣਾ ਪਿੱਛਾ ਛਡਾਉਣਾ ਚਾਹੁੰਦਾ। ਅਸੀਂ ਦਾਤਾਂ ਨੂੰ ਪਿਆਰ ਕਰਨ ਲੱਗ ਪੈਂਦੇ ਨੇ, ਪਰ ਗੁਰਬਾਣੀ ਕਹਿੰਦੀ ਨਹੀਂ ਭਾਈ, ਤੂੰ ਦਾਤਾਰ ਨੂੰ ਪਿਆਰ ਕਰ। ਜਿਹੜਾ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਜਿਹੜਾ ਸਾਰਿਆਂ ਨੂੰ ਦੇਣ ਵਾਲਾ ਨਾ, ਉਸ ਦਾਤੇ ਨਾਲ ਪਿਆਰ ਕਰ। ਪਰ ਸਾਨੂੰ ਦਾਤਾਂ ਪਿਆਰੀਆਂ ਲੱਗਦੀਆਂ। ਪੁੱਤਰ ਮਿਲ ਗਿਆ, ਧੀ ਮਿਲ ਗਈ, ਉਹ ਪਿਆਰੇ ਲੱਗਦੇ। ਧਨ ਮਿਲ ਗਿਆ, ਘਰ ਮਿਲ ਗਿਆ, ਪਦਾਰਥ ਮਿਲ ਗਏ, ਸਾਨੂੰ ਇਹ ਵਸਤੂਆਂ ਪਿਆਰੀਆਂ ਲੱਗਦੀਆਂ ਨੇ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਵਸਤੂਆਂ ਦਿੱਤੀਆਂ ਹਨ, ਉਹ ਸਾਨੂੰ ਪਿਆਰਾ ਨਹੀਂ ਲੱਗਦਾ।
क्यों? क्योंकि मौत ही भुल गई सानू। ये मौत ने एहसास कराना सी रब दा, ते एहसास ही नहीं रहा जीवन में भी ये दातां जिहड़ियां किसी होर दियां ने। तुसीं भगतां दा जीवन पढ़ के वेखो किते। भगत रहीम जो कुछ आंदा ते लोकां नूं बण दिंदा सी, ते लोकां ने कहना साईं जी की गल मुख नीमा कीता होया। कहने भलिओ तुहानूं लगदा है भी ये दाता मैं बन रहा, मैं नहीं बन रहा, ये दातां दा मालक कोई होर है। मैनूं तो उसने सिर्फ एक मोहरा बनाया भी ये वस्तुआं अगे तूं लोकां तक पहुँचा दे। मैं नहीं हाँ दाता, दाता अकाल पुरख वाहिगुरू है। असीं की करदे जो दात साडे कोल आ जांदी असीं इस तरह दिंदे जिवें साडी अपनी होवे। इस करके भगत जी समझाना चाहते करम बंद तुम जियो कहत हो। तुसीं आखदे हो कि ये जीव आत्मा कीते कर्मां नाल वजिया होया है, पर असल गल यह है कर्मां नूं भी तो पहला चेतन सत्ता तो बिना होर किस ने वजूद विच लिआंदा है, होंद विच लिआंदा है। कर्म भी तो लियाउण वाली वो चेतन सत्ता अकाल पुरख वाहिगुरू है। वो ना पसारा करदा ना संसार बनांदा ते कर्म भी कित्थों आने सन। जे वो चुप करके बैठा ही रहिंदा अरबद नरबद धुंधू कारा तरन ना गगना हुक्म अपारा, ना दिन रैन चंद ना सूरज सुन समार लगाइंदा। दिन रात ही ना हुंदे, सूरज चंद्रमा ही ना हुंदे ते कोई कर्म हो सकता सी? हुण असीं कहने भी सौण दा टाइम हो गया, कर्म बना दिता, रात सौण वास्ते बना दिती। ये कर्म करन वास्ते ही सारा कुछ मालक ने सर्जिया। जे वो अपना ये संसार दे विच फैलाव ना करदा, संसार विच अपना विकास ना करदा, वो सुन समाधि विच ही रहिंदा तां सच जाना कोई पाप पुण्य नहीं सी होना, कोई कर्म ही नहीं सी होना सी। फिर कर्म करन तो बिना एक बंदा कवे भी कोई कर्म मैं तां नहीं करता पाप हो जाना। मैं एक बेनती करा, कर्म करना जरूरी है, हाँ सुचेत होकर करना चाहिए। गलत जिहड़ा बंदा काम करता है गलतियां भी उस कोलों होंदियां, जिहड़ा काम ही नहीं कर रहा की गलती करेगा? जिहड़ा बंदा कोई गलती काम ही नहीं कर रहा वो गलती की करेगा? काम ही नहीं कर रहा कोई। हुण कई संगत कहती है भी बाणी पढ़ीए गलत पढ़ी जाती है। भाई नहीं पढ़ोगे तो गलती होने का कोई खतरा ही नहीं, पढ़ोगे तो ही गलती होएगी ना। तुसीं कहंदे काम कोई नहीं करना, इदां ही कोई तरीका दस दो डायरैक्ट कोई नेड़ता वाला काम ना कोई करना पवे, कोई गुरु की सिक्ख्या नूं पढ़ना ना पवे, गुरु के ज्ञान नूं पढ़ना ना पवे। प्यार वाले सच जानना अपने जीवन विच कर्म करने लाजमी हैं। काम नहीं करांगे तां ये गल याद रखना गलती नहीं होनी, काम करांगे गलती होवेगी। और ये भी दास बेनती करे, गुरबाणी ये कहती है कि गलती जिहड़ी है वो मनुख नूं एहसास करांदी है अगे वधन वास्ते भी इस वेले गलती हो गई, इस बारी गलती हो गई, अगली बारी मैं गलती नहीं करांगा। क्योंकि कोई भी गलती एक गलती सानू अपनी मंजिल तो दूर ले जा सकती। मान लो कि चौराया एक गलती हो गई, आप सीधे जाना सी, पासे किसी पासे मुड़ गए, कई किलोमीटर लंघ गए, गलती हुई ना। अगे जाके किसी पूछा भी ये रस्ता उस थां ते असीं जाना, कहते नहीं ये तो जी उस तो दूजे पासे जा रहे, तुसीं जाना तो होर पासे सी ते होर पासे। बंदा गलती का एहसास करता है, वो पुछदा हुण अगे की हो सकता है, वो कहना वापस चले जाओ, चौराहे ते अगे जाके सीधा रस्ता फड़ो। एक गलती बड़े दूर ले जा सकती है। 10 साल पहला ना दिल्ली विच विचरदे कोई गुरमुख प्यारे नाल बिठा के ले जा रहे सन, तो क्योंकि उस तो पहला जिहड़ा सी अज तो 20 साल पहला इतने पुल वगैरह दिल्ली विच नहीं सन जिन्ने इन्हां 10-15 सालों के जितनी तरक्की हुई है। तो वो बैठा के ले जा रहे थे, जाना सी असीं आज़ादपुर साइड ते असीं पहुँच गए एम्स के कोल जाके। वो कहना की होया पता ही नहीं लग्या। तुसीं देखो ना धोले कुआं वाला जिहड़ा गोल चक्कर, उत्थे पता ही नहीं लगता कई बार। एक गलती सानू आज़ादपुर तो कितना पिछे लै गई। जाना सी आज़ादपुर सी पर एक गलती उन्हें मोड़ लै लिया, उन्होंने पता नहीं लग्या, तो वो जो देखा तो एम्स हस्पताल सामने लिखा होया। आपां मैं कहा पता एम्स के कोल आ गए, हुण तक तो आज़ादपुर पहुँच जाना सी। एक गलती इतना पिछे ले जा सकती सन, क्योंकि विचकार का कोई मोड़ ही नहीं सी। हुण तुसीं देखो ना अगे तक, फिर जो पुल दे उत्ते चढ़ते चले गए, उत्थे जाके पता लगे असीं तां बहुत अगे दूजे पासे निकले आए। एक गलती जीवन में सानू बहुत दूर ले जा सकती है, पर जे कर्म ही नहीं करांगे गलती कोई नहीं होवे। कर्म करिए, इस करके गुरबाणी कहती सुचेत होके करो, क्योंकि अगों दे जे चेते तां कायत मिले सजाए। अगे नूं चेते करके कर्म करांगे फिर सजा दे भागी नहीं होवांगे।
पर ये कर्म बनाने वाला भगत जी कहते हैं वो रब तो बिना होर कौन है। पाओ कर्मां नूं पहला ये चेतन सत्ता वजूद विच लैके आई है। पहला कर्म बनाए ने, हर एक काम का कारण बनाया वाहिगुरू जी ने। इत्थे तक गुरबाणी विच लिखिया है, कहते पहले तो कहते ने रिजक उपाहा, पिछों देता जंत उपाहा। पहला उसने रिजक पैदा किया, फिर सानू पैदा किया। सानू पहला भी पैदा कर सकता सी, नहीं पहला साढ़े रिजक का प्रबंध किया अकाल पुरख। साडी फिक्र सी रब जी नूं। असीं कई बार सोचते ना भी ये काम बाद दे विच कर लवांगे, जिहड़ा काम कई बार पहला करन वाला हुंदा ये कहंदे ये बाद दे काम ने। जदों गुरबाणी पढ़न नूं आखीए, गुरबाणी दे विचार नूं आखीए, नितनेम नूं आखीए, अमृत छकण नूं आखीए, जदों गुरु वाले बनन नूं आखीए तां लोग कहंदे ने ये तां जी बुढ़ेपे दे काम ने, बाद दे काम ने। जिहड़ा काम सी एडमिशन लैण दा वो असीं लै नहीं रहे, बस डिग्रियां हासिल करना चाहुंदे हां। एडमिशन तो बिना कदे किसी नूं डिग्री नहीं मिलदी। जिहड़ा डिग्री लैना चाहुंदा ना, जिहड़ा कोई जीवन दे तरक्की करना चाहुंदा उहनूं एडमिशन लैना जरूरी स्कूल दे अंदर। एडमिशन तो बिना वो ज्ञान तो बहुत हासिल कर सकता पर उसके हत्थ में डिग्री नहीं होएगी, तो डिग्री तो बिना कोई पुछदा नहीं। अगले कहते डिग्री दिखाओ कित्थे तुहाडे कोल, अगले कहते तजर्बे का सर्टिफिकेट दिखाओ, और डिग्री तो बिना जे तजर्बा वो भी किसी काम का नहीं है। इस करके भगत जी समझाने लगे कि ये चेतन सत्ता ही कर्मां नूं वजूद विच लैके आई है। फिर आखन लगे, कहते हर में तन है, तन में हर है, सर्व निरंतर सोए रे। आखन लगे, हे भाई वो चेतन सत्ता प्रभु दे अंदर ये जीवां दा शरीर वजूद विच आया। पाओ कि चेतन सत्ता जिहड़ी प्रभु स्वरूप है, उस तो ये शरीर जिहड़ा सी साडा होंद विच आया। उस चेतन सत्ता ने साडा वजूद कायम किया। इन्हूं महाराज कहने आप ही ने आप साजियो, आप ही ने रचियो नाओ, दुई कुदरत साज के कर आसन, डिठो चाओ, दाता करता आप तू, तुस देवे करे पसाओ, तू जानो ही सब सह दे लैसै, जिंद कवाओ कर आसन, डिठो चाओ। दो ही नंबर ते उसने कुदरत नूं साजिया। इस करके भगत कबीर साहब कह रहे ने, कहते हर में तन है। पाओ कि ये जिहड़ा शरीर है ये हरि परमात्मा दे करके वजूद विच आया है। हरि परमात्मा ने शरीर नूं बनाया है, ते नाल कह दिता कहते तन में हर है, ते शरीर विच वो प्रभु बसदा है। इस शरीर नूं बना के किते वखरा नहीं बैठा होया। उसदी जिहड़ी कला है, कला रूप दे विच, हुनर रूप दे विच, जोत रूप दे विच साडे अंदर बैठा होया। वो ऐसा बाजीगर है जिसने कि संसार की इस कला नूं प्रगट करके और इस दे विच ही बैठ गया, आसन बना के बैठा होया। हर एक तन दे अंदर अकाल पुरख वाहिगुरू है, और कोई भी तन रब तो बिना होंद विच नहीं आया। भगत कबीर साहब कहते हैं उस चेतन सत्ता प्रभु के अंदर ये जीव का शरीर वजूद विच आया। उस चेतन सत्ता ने शरीर नूं बनाया, उस दे विचों असीं प्रगट होए हां। ताई कबीर साहब ने आख्या, कह कबीर हम राम की अंश, असी परमात्मा की अंश हाँ, अकाल पुरख की अंश हाँ असीं। और फिर कहने लगे इस शरीर विच वो अकाल पुरख वाहिगुरू बसदा है। ते नाल कह दिता सर्व निरंतर सोए रे। सारियां दे अंदर वो अकाल पुरख वाहिगुरू एक रस व्यापक है, किते वध घट नहीं है। सारियां दे उत्ते इक्को जी कृपा है, इक्को जिहा वसरिया, चीटी ते कुंचर अस्थूला, सब पर कृपा दृष्ट कर फूला। सारियां दे उत्ते कृपा कर रहा, और सारियां विचों इक्वल जोत है। भी कीड़ी छोटी है तो जोत घट है, तो हाथी बड़ा तो जोत वड्डी, ऐसा नहीं है। उसकी जोत सर्व निरंतर इक्को जी है। जिन्हों कि भगत नामदेव जी ने आख्या भी सवै घट राम बोलै, रामा बोलै, राम बिना को बोलै रे। एकल माटी कुंचर टीटी, भाजन है पो नाना रे। अस्थावर जंगम कीट पतंगम, कट कट राम समाना रे। एकल चिंता राख अनंता, होड़ तजो सब आसा रे। प्रणवै नामा पहने कामा, को ठाकुर को दासा रे। वो इक्वल है, सारियां विच इक्को जिहा बराबर, सर्व निरंतर सोए रे। सारियां दे विच एक रस व्यापक है, घट वध नहीं किसी थां ते। और एक गल सानूं समझ लैनी चाहिए, अकाल पुरख साडे विच घट वध किसी विच है ही नहीं है, सारियां च बराबर है।
ਤੇ ਕਈ ਵਾਰੀ ਇੱਕ ਵਿਚਾਰ ਫੁਰਦੀ ਹੈ ਵੀ ਸਾਰਿਆਂ 'ਚ ਬਰਾਬਰ ਹੈ, ਇੱਕੋ ਜਿਹਾ ਹੈ, ਤੇ ਸਾਰੇ ਦੇ ਕਰਮ ਇੱਕੋ ਜਿਹੇ ਕਿਉਂ ਨਹੀਂ ਹਨ? ਕਿਉਂਕਿ ਕਰਮ ਕਰਨ ਵਾਸਤੇ ਸਾਨੂੰ ਸੰਸਾਰ 'ਚ ਭੇਜਿਆ ਅਕਾਲ ਪੁਰਖ ਨੇ। ਅਸੀਂ ਕਰਮ ਕਰਨ ਵਾਸਤੇ ਹੀ ਆਏ ਹਾਂ, ਔਰ ਅਸੀਂ ਕਰਮਾਂ ਵਿੱਚ ਕਈ ਵਾਰੀ ਇਤਨੇ ਰੁੱਝ ਜਾਂਦੇ ਹਾਂ ਕਿ ਉਸ ਪ੍ਰਭੂ ਸੱਤਾ ਜਿਹੜਾ ਹੋਣ ਵਾਲਾ ਅਕਾਲ ਪੁਰਖ ਵਾਹਿਗੁਰੂ, ਉਸ ਦੀ ਹਸਤੀ ਤੋਂ ਮੁਨਕਰ ਹੋ ਜਾਂਦੇ ਹਾਂ। ਔਰ ਅਸੀਂ ਸਮਝਦੇ ਵੀ ਸਾਡੇ ਕਰਕੇ ਸੰਸਾਰ ਚੱਲ ਰਿਹਾ, ਅਸੀਂ ਨਾ ਹੁੰਦੇ ਸ਼ਾਇਦ ਇਹ ਸੰਸਾਰ ਨਾ ਚੱਲਦਾ, ਇਹ ਪਰਿਵਾਰ ਦਾ ਕੁਛ ਨਹੀਂ ਬਣ ਸਕਦਾ ਸੀ। ਪਰ ਉਹ ਤਾਂ ਸਾਰੀ ਕਾਇਨਾਤ ਦਾ ਮਾਲਕ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਔਰ ਸਰਬ ਥਾਂ 'ਤੇ ਵਿਆਪਕ ਹੋ ਕੇ ਆਪਣੇ ਸੰਸਾਰ ਨੂੰ, ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਅਕਾਲ ਪੁਰਖ ਵਾਹਿਗੁਰੂ। ਫਿਰ ਭਗਤ ਜੀ ਕਹਿਣ ਲੱਗੇ, ਕਹਿੰਦੇ ਕਹਿ ਕਬੀਰ ਰਾਮ ਨਾਮ ਨਾ ਛੋਡੂ, ਸਹਿਜੇ ਹੋਏ ਸੋ ਹੋਏ ਰੇ। ਆਖਣ ਲੱਗੇ ਕਬੀਰ ਸਾਹਿਬ ਜੀ, ਐਸੇ ਚੇਤਨ ਸੱਤਾ ਪਰਮਾਤਮਾ ਦਾ ਮੈਂ ਨਾਮ ਕਦੇ ਨਹੀਂ ਭੁਲਾਵਾਂਗਾ, ਜਿਹਦੀ ਚੇਤਨ ਸੱਤਾ ਸਾਰੇ ਸੰਸਾਰ ਨੂੰ ਚਲਾ ਰਹੀ ਹੈ, ਜਿਸ ਕਰਕੇ ਕਰਮ ਹੋਂਦ ਵਿੱਚ ਆਏ, ਜਿਸ ਕਰਕੇ ਪੰਜ ਤੱਤ ਹੋਂਦ ਵਿੱਚ ਆਏ, ਜਿਸ ਕਰਕੇ ਸਰੀਰ ਹੋਂਦ ਵਿੱਚ ਆਇਆ, ਇਹ ਜੀਵਨ ਜਿਸ ਕਰਕੇ ਸਾਨੂੰ ਪ੍ਰਾਪਤ ਹੋਇਆ। ਕਹਿੰਦੇ ਉਸ ਪਰਮਾਤਮਾ ਦੇ ਨਾਮ ਨੂੰ ਮੈਂ ਕਦੇ ਨਹੀਂ ਭੁਲਾਵਾਂਗਾ। ਕਿਉਂਕਿ ਨਾਮ ਸਿਮਰਨ ਦੀ ਬਰਕਤ ਦੇ ਨਾਲ ਇਹ ਸਮਝ ਆਉਂਦੀ ਹੈ ਕਿ ਜੋ ਕੁਝ ਜਗਤ ਵਿੱਚ ਹੋ ਰਿਹਾ ਹੈ, ਸਹਿਜੇ ਹੋਏ ਸੋ ਹੋਏ ਰੇ, ਉਹ ਸੁੱਤੇ ਹੀ ਚੇਤਨ ਸੱਤਾ ਪ੍ਰਭੂ ਰਜਾ ਵਿੱਚ ਹੋ ਰਿਹਾ ਹੈ, ਸਹਿਜ ਸੁਭਾਅ ਹੋ ਰਿਹਾ। ਇਹ ਗੱਲ ਵੱਖਰੀ ਕਿ ਸਾਨੂੰ ਉਹ ਸਮਝ ਨਹੀਂ ਆ ਰਹੀ ਗੱਲ, ਪਰ ਉਸ ਚੇਤਨ ਸੱਤਾ ਦੇ ਹੁਕਮ ਵਿੱਚ ਸੁੱਤੇ ਸਿੱਧ, ਜਿਵੇਂ ਇੱਕ ਛੋਟਾ ਬੱਚਾ ਜਨਮ ਲੈਂਦਾ, ਸੁੱਤੇ ਸਿੱਧ ਉਹ 24 ਘੰਟਿਆਂ ਵਿੱਚੋਂ 22 ਘੰਟੇ ਸੌਂਦਾ, ਪਰ ਉਹਦੀ ਗਰੋਥ ਹੋ ਰਹੀ ਹੈ। ਕੌਣ ਕਰ ਰਿਹਾ? ਕਿਵੇਂ ਹੋ ਰਹੀ ਹੈ? ਉਹ ਹਰ ਰੋਜ਼ ਵੱਧ ਰਿਹਾ, ਉਹਦੇ ਸਾਰੇ ਔਰਗਨ, ਸਾਰੇ ਅੰਗ ਵੱਧ ਰਹੇ ਨੇ ਹਰ ਰੋਜ਼। ਸੁੱਤੇ ਸਿੱਧ, ਸੁੱਤੇ ਸਿੱਧ ਸਾਡੇ ਸਰੀਰ ਵਿੱਚੋਂ ਸਾਡੇ ਤਨ ਦਾ ਬਣਨਾ। ਦੇਖੋ ਨਾ ਤੁਸੀਂ ਕਿਵੇਂ ਰੱਬ ਨੇ ਖੇਡ ਰਚਾਈ ਹੈ। ਮਾਂ ਕੀ ਰਗਤ ਪਿਤਾ ਬਿਨ ਦਾਰਾ, ਉਸ ਤੋਂ ਸਰੀਰ ਦੀ ਇਹ ਹੋਂਦ ਜਿਹੜੀ ਹੋਈ। ਭਗਤ ਧੰਨਾ ਜੀ ਕਹਿੰਦੇ ਨੇ, ਜਨਨੀ ਕੇਰੇ ਉਦਕ ਉਦਰ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ। ਇਹੋ ਜਿਹਾ ਸਾਡਾ ਅਕਾਲ ਪੁਰਖ ਵਾਹਿਗੁਰੂ ਹੈ। ਔਰ ਸੁੱਤੇ ਸਿੱਧ ਸਹਿਜ ਸੁਭਾਅ ਸਾਰੇ ਕੰਮ ਹੋ ਰਹੇ ਨੇ, ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ, ਬੁਢੇਪੇ ਤੋਂ ਮੋਹ, ਸਹਿਜ ਸੁਭਾਅ ਹੋ ਰਹੀ ਹੈ। ਇਹਨੂੰ ਦੱਸ ਕੇ ਨਹੀਂ ਕੰਮ ਚੱਲ ਰਿਹਾ, ਸੁੱਤੇ ਸਿੱਧ ਚੱਲ ਰਿਹਾ ਸਾਰਾ ਕੁਛ। ਜੋ ਜੀਵਨ ਸਾਡਾ ਚੱਲ ਰਿਹਾ ਨਾ, ਇਹ ਸੁੱਤੇ ਸਿੱਧ ਪਰਮਾਤਮਾ ਦੀ ਰਜਾ ਵਿੱਚ ਵਰਤਾਰਾ ਵਰਤ ਰਿਹਾ। ਅਤੇ ਜਦੋਂ ਅਸੀਂ ਉਸ ਪਰਮਾਤਮਾ ਨੂੰ ਯਾਦ ਕਰਾਂਗੇ, ਭਗਤ ਜੀ ਕਹਿੰਦੇ ਉਸ ਦਾ ਸਿਮਰਨ ਕਰਾਂਗੇ, ਅਤੇ ਇਹ ਗੱਲ ਸਮਝ ਆਵੇਗੀ ਕਿ ਇਹ ਸੰਸਾਰ ਦੇ ਸਾਰੇ ਕਾਰਜ ਉਸ ਪਰਮਾਤਮਾ ਪ੍ਰਭੂ ਸੱਤਾ ਦੀ ਰਜਾ ਵਿੱਚ ਸੁੱਤੇ ਸਿੱਧ ਚੱਲ ਰਹੇ ਹਨ, ਸਹਿਜ ਸੁਭਾਅ ਚੱਲ ਰਹੇ ਹਨ। ਇਸ ਨੂੰ ਭਗਤ ਰਵਿਦਾਸ ਜੀ ਨੇ ਇਸ ਤਰ੍ਹਾਂ ਕਿਹਾ, ਕਿਉਂਕਿ ਉਹ ਵੀ ਬਨਾਰਸ ਦੇ ਵਸਨੀਕ ਨੇ, ਔਰ ਇਹਨਾਂ ਬਚਨਾਂ ਨਾਲ ਕਾਫੀ ਸਾਂਝ ਹੈ ਉਹਨਾਂ ਦੀ। ਭਗਤ ਰਵਿਦਾਸ ਜੀ ਕਹਿੰਦੇ ਨੇ, ਸਰਵੇ ਏਕ ਅਨੇਕੈ ਸੁਆਮੀ, ਸਭਗੜ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋਈ। ਬਚਨ ਮਿਲਾ ਕੇ ਵੇਖੋ ਆਪਸ ਦੇ ਵਿੱਚ। ਭਗਤ ਰਵਿਦਾਸ ਜੀ ਕਹਿੰਦੇ ਇਹ ਸਹਿਜ ਸੁਭਾਅ ਸਾਰਾ ਕੁਝ ਚੱਲ ਰਿਹਾ, ਇਸ ਕਰਕੇ ਸਰਬ ਵਿਆਪਕ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਜੀਵ ਆਤਮਾ ਉਸੇ ਦਾ ਅੰਸ਼ ਹੈ। ਸਰੀਰ ਦੇ ਅੰਦਰ ਉਹ ਪਰਮਾਤਮਾ ਬੈਠਾ ਹੋਇਆ। ਜੀਵਾਂ ਦੇ ਕਰਮਾਂ ਨੂੰ ਵੀ ਉਸੇ ਨੇ ਹੀ ਪਹਿਲਾਂ ਵਜੂਦ ਵਿੱਚ ਲਿਆਂਦਾ। ਜੋ ਕੁਝ ਹੋ ਰਿਹਾ ਸੁੱਤੇ ਸਿੱਧ ਪਰਮਾਤਮਾ ਦੀ ਰਜਾ ਅਨੁਸਾਰ ਹੋ ਰਿਹਾ। ਇਸ ਕਰਕੇ ਸਿੱਖੀ ਕਹਿੰਦੀ ਹੈ ਉਸ ਪਰਮਾਤਮਾ ਦੀ ਰਜਾ ਨੂੰ ਸਮਝਣ ਦੀ ਲੋੜ ਹੈ, ਜਿਹਨੂੰ ਆਪਾਂ ਰੋਜ਼ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈਐ ਕਿਵ ਕੂੜੈ, ਟੁੱਟੇ ਪਾਲ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਵਾਲੇ ਦੀ ਰਜਾ ਵਿੱਚ ਚੱਲਣਾ, ਜਿਹੜੀ ਰਜਾ ਤੇਰੇ ਨਾਲ ਸੁੱਤੇ ਸਿੱਧ ਵਰਤ ਰਹੀ ਹੈ। ਬੰਦਾ ਜਵਾਨ ਵੀ ਰਹਿਣਾ ਚਾਹੇ ਤੇ ਜਦੋਂ ਮੌਤ ਦਾ ਸੱਦਾ ਪੈਗਾਮ ਆਣਾ, ਸੁੱਤੇ ਸਿੱਧ ਆ ਜਾਣਾ। ਕਿਸੇ ਨੂੰ ਪਤਾ ਨਹੀਂ ਕਰਨਾ, ਨ ਬਾਰਿਕ ਨ ਜੋਬਨ ਨ ਬਿਰਦੀ ਕਲਵੰਦ, ਉਹ ਵੇਰਾ ਨਾ ਬੂਝੀਏ ਜਬ ਆਏ ਪਰ ਗਲ ਫੰਦ। ਇਹ ਸਭ ਸੁੱਤੇ ਸਿੱਧ ਕੰਮ ਹੋ ਰਹੇ ਨੇ। ਪਰਮਾਤਮਾ ਸਹਿਜ ਸੁਭਾਅ ਚੱਲ ਰਿਹਾ ਸਾਰਾ। ਉਸਨੇ ਐਸਾ ਸਿਸਟਮ ਪੈਦਾ ਕਰ ਦਿੱਤਾ ਅਕਾਲ ਪੁਰਖ ਨੇ ਕਿ ਸਾਰਾ ਕੁਝ ਉਸਦੀ ਕੁਦਰਤ ਵਿੱਚ ਸੁੱਤੇ ਸਿੱਧ ਹੋ ਰਿਹਾ। ਜਿਹਨੂੰ ਨਾਨਕ ਪਾਤਸ਼ਾਹ ਨੇ ਕਿਹਾ ਕਿ ਨਾਨਕ ਜੀ ਉਪਾਇ ਕੈ ਲਿਖ ਨਾਮ ਹੈ ਧਰਮ ਵਾਲਿਆ। ਧਰਮ ਵਾਲਿਆ ਦਾ ਅਰਥ ਰੱਬੀ ਕਾਨੂੰਨ। ਧਰਮ ਰਾਜਾ ਕੋਈ ਐਸਾ ਨਹੀਂ ਬੈਠਾ ਕਿ ਜਿਹੜਾ ਬੰਦੇ ਵਾਂਗ ਬੈਠਾ ਹੋਵੇ, ਅਤੇ ਜਾਂ ਉਹ ਕਿਸੇ ਮੈਸੇ ਦੀ ਸਵਾਰੀ ਕਰ ਰਿਹਾ ਹੋਵੇ, ਜਾਂ ਕੋਈ ਹੋਰ ਕਿਸੇ ਵੱਡੀ ਚੀਜ਼ ਦੀ ਸਵਾਰੀ ਕਰ ਰਿਹਾ ਹੋਵੇ, ਕਿਸੇ ਪਸ਼ੂ 'ਤੇ ਬੈਠਾ ਹੋਵੇ। ਅਤੇ ਜਿਨमें ਦਿਖਾਇਆ ਜਾਂਦਾ ਨਾ, ਮੈਂ ਤਾਂ ਹੈਰਾਨ ਹੁੰਦਾ ਜਿਨ੍ਹਾਂ ਨੂੰ ਆਪਣੇ ਚਿੱਤਰ ਨਹੀਂ ਬਣਾਉਣੇ ਆਏ, ਉਹ ਸੰਸਾਰ ਦੇ ਵਿੱਚ ਜਮ ਰਾਜੇ ਦੇ, ਧਰਮ ਰਾਜੇ ਦੇ, ਪਤਾ ਨਹੀਂ ਕਿਹਦੇ ਕਿਹਦੇ ਚਿੱਤਰ ਬਣਾ ਕੇ ਲੋਕਾਂ ਦੇ ਵਿੱਚ ਵੇਚ ਰਹੇ ਹਨ। ਆਪਣਾ ਚਿੱਤਰ ਦਾ ਪਤਾ ਨਹੀਂ ਮੇਰਾ ਅੰਦਰ ਚਿੱਤਰ ਕੀ, ਆਪਣੇ ਚਿੱਤਰ ਨੂੰ ਜਿਹੜੇ ਨਹੀਂ ਬਣਾ ਸਕੇ। ਇਹੀ ਸੰਸਾਰ 'ਚ ਚੱਲ ਰਿਹਾ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਉਹ ਧਰਮ ਰਾਜਾ ਰੱਬੀ ਕਾਨੂੰਨ ਹੈ। ਨਾਨਕ ਜੀ ਉਪਾਏ ਕੈ ਲਿਖ ਨਾਮ ਹੈ ਧਰਮ ਵਾਲਿਆ।
ਉੱਥੇ ਸੱਚੇ ਹੀ ਸੱਚ ਨਿਵੜੈ, ਚੁਨ ਵਕ ਕੜੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਗ ਚਾਲਿਆ। ਦੇਖੋ ਅਸੀਂ ਨਿਵੇੜਾ ਨਹੀਂ ਕਰ ਸਕਦੇ ਬੰਦਾ ਇਹ ਪਾਪੀ ਹੈ ਜਾਂ ਪੁੰਨੀ ਹੈ, ਪਰ ਅਕਾਲ ਪੁਰਖ ਦੀ ਜਿਹੜੀ ਰਜਾ ਵਰਤ ਰਹੀ ਉਹ ਆਪਣੇ ਆਪ ਸਭ ਕੁਝ ਕਰੀ ਜਾ ਰਹੀ। ਅਸੀਂ ਕਿਸੇ ਨੂੰ ਪੁੰਨੀ ਨੂੰ ਵੀ ਪਾਪੀ ਕਹਿ ਸਕਦੇ ਹਾਂ, ਚੰਗੇ ਨੂੰ ਵੀ ਮਾੜਾ ਕਹਿ ਸਕਦੇ ਹਾਂ, ਸਾਡਾ ਸੁਭਾਅ ਹੈ। ਪਰ ਰੱਬ ਨੂੰ ਪਤਾ ਚੰਗਾ ਕੌਣ ਹੈ ਤੇ ਮਾੜਾ ਕੌਣ ਹੈ। ਉੱਥੇ ਸੱਚੇ ਹੀ ਸੱਚ ਨਿਵੜੈ, ਚੁਨ ਵਕ ਕੜੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਗ ਚਾਲਿਆ। ਤੇਰੇ ਨਾਏ ਰਤੇ ਸੇ ਜਿਨ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਮ ਹੈ ਧਰਮ ਵਾਲਿਆ। ਗੁਰੂ ਸਾਹਿਬ ਕਿਰਪਾ ਕਰਨ, ਜੋ ਭਗਤ ਕਬੀਰ ਸਾਹਿਬ ਨੇ ਸ਼ਬਦ ਰਾਹੀਂ ਸਾਨੂੰ ਮੈਸੇਜ ਦਿੱਤਾ, ਗਿਆਨ ਦਿੱਤਾ ਕਿ ਜਦੋਂ ਸਾਡੇ ਅੰਦਰ ਇਸ ਇਹਨਾਂ ਪਦਾਰਥਾਂ ਦੇ ਪ੍ਰਤੀ ਉਪਰਾਮਤਾ ਪੈਦਾ ਹੋਏਗੀ ਤਾਂ ਸਾਨੂੰ ਸਮਝ ਆਏਗੀ ਆਪਣੀ ਜਿੰਦ ਬਾਰੇ ਔਰ ਜਿੰਦ ਦੇ ਮਾਲਕ ਉਸ ਪ੍ਰਭੂ ਪਰਮਾਤਮਾ ਬਾਰੇ। ਉਸ ਦਿਨ ਅਸੀਂ ਸਮਝ ਪਾਵਾਂਗੇ ਕਿ ਇਹ ਸਾਰਾ ਕੁਝ ਕਿਵੇਂ ਮਾਲਕ ਅਕਾਲ ਪੁਰਖ ਵਾਹਿਗੁਰੂ ਕਰ ਰਿਹਾ। ਜਦੋਂ ਤੱਕ ਅਸੀਂ ਇਸ ਰਾਗ ਦੇ ਵਿੱਚ, ਇਸ ਮਾਇਆ ਵਿੱਚ ਗਲਤਾਨ ਆ, ਸਾਡੇ ਅੰਦਰ ਵੈਰਾਗ ਦਾ ਜਨਮ ਨਹੀਂ ਹੋਇਆ, ਤਾਂ ਸਾਨੂੰ ਪਰਮੇਸ਼ਰ ਦੀ ਜਿਹੜੀ ਵਰਤ ਰਹੀ ਖੇਡ ਹੈ, ਵਰਤ ਰਿਹਾ ਵਰਤਾਰਾ ਹੈ, ਉਸ ਦੀ ਵੀ ਸਮਝ ਸਾਨੂੰ ਨਹੀਂ ਆਉਣੀ। ਇਹ ਵੀ ਸਮਝ ਸਾਨੂੰ ਨਹੀਂ ਆਣੀ ਕਿ ਸਭਨਾ ਮਰਨਾ ਆਇਆ, ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆਂ, ਅੱਗੇ ਮਿਲਣ ਕਿਨਾਂ ਦਾ ਮਿਲਾਪ ਹੋਏਗਾ ਅੱਗੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜਿਨ੍ਹਾਂ ਮੇਰਾ ਸਾਹਿਬ ਵਿਸਰੈ, ਵੱਡੀ ਬੇਦਨ ਤੇ ਨਾ। ਜਿਨ੍ਹਾਂ ਨੂੰ ਰੱਬ ਜੀ ਭੁੱਲ ਜਾਂਦੇ ਹਨ ਉਹ ਵੱਡੀ ਬੇਦਨ ਵਿੱਚੋਂ ਗੁਜ਼ਰਦੇ ਨੇ, ਪੀੜਾ ਵਿੱਚੋਂ ਗੁਜ਼ਰਦੇ ਨੇ। ਜੇ ਚਾਹੁੰਦੇ ਵੀ ਵੱਡੀ ਬੇਦਨ ਵਿੱਚੋਂ ਨਾ ਗੁਜ਼ਰਨਾ ਪਵੇ ਤਾਂ ਭਗਤ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੋ। ਔਰ ਇਹ ਤਾਂ ਚੇਤੇ ਕਰ ਸਕਾਂਗੇ ਜਦੋਂ ਅੰਦਰ ਬੈਰਾਗ ਦਾ ਜਨਮ ਹੋਏਗਾ। ਬੈਰਾਗ ਗੁਰਮਤਿ ਵਿੱਚ ਕੋਈ ਕਰਮ ਕਾਂਡ ਨਹੀਂ ਹੈ। ਬੈਰਾਗ ਮਾਇਆ ਦੇ ਰਾਗ ਤੋਂ ਉਪਰਾਮਤਾ ਹੈ, ਜਿਸ ਨੂੰ ਮਾਰ ਕਹਿੰਦੇ ਆਸਾ ਮਨਸਾ ਸਗਲ ਤਿਆਗੈ, ਆਸਾ ਮਨਸਾ ਸਗਲ ਤਿਆਗੈ, ਜਗਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸੋ ਜੋ ਪਾਣੀ ਸੰਗ ਪਾਣੀ। ਉਸ ਦਿਨ ਕਹਿ ਸਕਾਂਗੇ ਇਹ ਲੋਕ ਸੁਖੀ ਹੈ, ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਬਹੁਤ ਧੰਨਵਾਦ ਸਾਰਿਆਂ ਦਾ, ਜੀ ਆਇਆਂ ਨੂੰ ਬੜੇ ਪਿਆਰ ਨਾਲ ਆਪ ਸਾਰਿਆਂ ਨੇ ਹਾਜ਼ਰੀਆਂ ਭਰੀਆਂ। ਅੱਜ ਭਾਵੇਂ ਤਬੀਅਤ ਠੀਕ ਨਹੀਂ ਸੀ, ਫਿਰ ਵੀ ਗੁਰੂ ਨੇ ਸੇਵਾ ਲਈ ਹੈ। ਆਪ ਸੰਗਤਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਮਿਹਰ ਦਾ ਰੱਖ ਕੇ ਆਪਣੇ ਦਰ 'ਤੇ ਬਿਠਾ ਕੇ ਆਪ ਸੰਗਤਾਂ ਨਾਲ ਗੁਰਬਾਣੀ ਦੀ ਵਿਚਾਰ ਕਰਾਈ।